नमो बुद्धा, जय भीम, जय भारत। यूरोप, यूके ਅਤੇ DM ਗਲੋਬਲ ਦੇ ਮਾਧਿਅਮ ਤੋਂ ਜਿੱਥੇ ਵੀ ਲੋਟਸ TV ਦਾ ਪ੍ਰਸਾਰਨ ਹੋ ਰਿਹਾ ਹੈ, ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੀ ਸੇਵਾ ਦੀਸ਼ ਜਸਲ ਸਟੂਡੀਓ ਵੱਲੋਂ ਕੀਤੀ ਜਾ ਰਹੀ ਹੈ। जिस तरह के आप जी ਨੂੰ पता है कि ਅਸੀਂ ਇਹ ਸਾਰਾ ਮਹੀਨਾ ਤਥਾਗਤ ਬੁੱਧ ਦੀ ਜੀਵਨੀ ਅਤੇ ਉਹਨਾਂ ਦੇ ਧੰਮ ਤੇ ਚਰਚਾ ਕਰਦੇ ਆ ਰਹੇ ਹਾਂ। ਐਤਵਾਰ ਵਾਲੇ ਦਿਨ ਸਾਡੀ ਜਿਹੜੀ ਗੱਲ ਹੈ ਉਹ ਦੇਵ ਸੁਮਨ ਜੀ ਨਾਲ ਚੱਲ ਰਹੀ ਸੀ ਕਿ ਕਿਹਨਾਂ ਨੂੰ ਤਥਾਗਤ ਬੁੱਧ ਨੇ ਦੀਕਸ਼ਾ ਦਿੱਤੀ। ਅੱਜ ਸਾਡੇ ਸਟੂਡੀਓ ਵਿੱਚ ਹਿੱਸਾ ਲੈਣ ਵਾਸਤੇ देवलाल सुमन जी हाजिर हैं। सुमन जी स्टूडियो में आप जी का स्वागत है। थैंक यू चैनी साहब। नमो बुद्धा, जय भीम, जय भारत। दूसरे अंजना कुमारी जी साडे स्टूडियो में हाजिर हैं। अंजना जी स्टूडियो में आप जी का स्वागत है। नमो बुद्धा, जय भीम, सारिਆਂ ਦਾ लोटस टीवी ਤੇ स्वागत है। ਅਸੀਂ ਇਸ ਤੋਂ ਪਹਿਲਾਂ ਕਿ ਇਹਨਾਂ ਦੇ ਨਾਲ ਚਰਚਾ ਸ਼ੁਰੂ ਕੀਤੀ ਜਾਵੇ, ਆਓ ਅੱਜ ਆਪਾਂ ਇੱਕ ਹੋਰ ਗਾਥਾ ਸੁਣਦੇ ਹਾਂ ਤਥਾਗਤ ਭਗਵਾਨ ਬੁੱਧ ਦੀ। ਆਓ ਗਾਥਾ ਸੁਣੀਏ ਜੀ। समर्पित करूं मैं बुद्ध को जीवन, अच्छाई को जीवन। समर्पित करूं मैं बुद्ध को जीवन, सच्चाई को जीवन। अंधेरों से उजाला किया, जिसका शुद्ध है हर वो मानव बुद्ध है। सेवा निष्ठा सिद्ध है जिसमें हर वो मानव बुद्ध है। बुद्ध ही बुद्ध है, बुद्ध ही बुद्ध है, बुद्ध ही बुद्ध है। वो विज्ञानों की बातें करता है, स्वयं से संघर्षों की बातें करता है। वो विज्ञानों की बातें करता है, स्वयं से संघर्षों की बातें करता है। सबके कल्याणों की बातें करता है, बुराई से अच्छाई की ओर प्रज्ञाशील की जो बांधे डोर। करुणा की धारा बहती है जिसमें हर वो मानव बुद्ध है। हर वो मानव बुद्ध है। बुद्ध ही बुद्ध है, बुद्ध ही बुद्ध है, बुद्ध ही बुद्ध है, बुद्ध ही बुद्ध है।
की बातें करता है, निरंतर मंथनों की बातें करता है, उर्जित बर्तनों की बातें करता है, निरंतर चिंतनों की बातें करता है, खुद ही से हो सुख की जोत, आचरण में मैत्री पर दे जोर, शांत सौम्य स्थिर जो है, अरे वो मानव बुद्ध है, अरे वो मानव बुद्ध है, बुद्ध ही बुद्ध है, बुद्ध ही बुद्ध है, बुद्ध ही बुद्ध है, बुद्ध ही बुद्ध है। तन मन जिसका शुद्ध है, हर वो मानव बुद्ध है, सेवा निष्ठा सिद्ध है, जिसमें हर वो मानव बुद्ध है, बुद्ध ही बुद्ध है। बुद्ध ही बुद्ध है, बुद्ध ही बुद्ध है। बुद्ध ही बुद्ध है, बुद्ध ही बुद्ध है, बुद्ध ही बुद्ध है, बुद्ध ही बुद्ध ਇਹ ਤੁਸੀਂ ਗਾਥਾ ਸੁਣੀ ਹੈ। ਪਿਛਲੇ ਐਤਵਾਰ ਸੁਮਨ ਜੀ ਦੇ ਨਾਲ ਜੋ ਵਾਰਤਾ ਚੱਲ ਰਹੀ ਸੀ ਕਿ ਤਥਾਗਤ ਬੁੱਧ ਨੇ ਕਿਹਨਾਂ ਲੋਕਾਂ ਨੂੰ ਦੀਕਸ਼ਾ ਦਿੱਤੀ, ਉਸ ਤੋਂ ਹੀ ਸ਼ੁਰੂ ਕਰਦੇ ਹਾਂ। ਸੁਮਨ ਸਾਹਿਬ, ਅਨਾਥ ਪਿੰਡਕ ਦੀ ਜੋ ਦੀਕਸ਼ਾ ਹੈ ਉਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋਗੇ? ਚੱਲੀ ਸਾਹਿਬ, ਥੈਂਕ ਯੂ। ਐਕਚੁਅਲੀ ਉਦੋਂ ਪਹਿਲਾਂ ਆਪਣੀ ਗੱਲ ਚੱਲਦੀ ਸੀ ਬਿੰਬੀਸਾਰ ਰਾਜੇ ਦੀ। ਹਾਂਜੀ, ਤਾਂ ਆਪਾਂ ਉਹਦੀ ਪਹਿਲਾਂ ਸ਼ੁਰੂ ਵਿੱਚ ਰਹਿ ਗਈ ਸੀ। ਉਹ ਵਿੱਚ ਰਹਿ ਗਈ ਸੀ ਜੀ ਨਾ ਜੀ, ਚਲੋ ਕੋਈ ਗੱਲ ਨਹੀਂ, ਉੱਥੋਂ ਬਿੰਬੀਸਾਰ ਤੋਂ ਸ਼ੁਰੂ ਕਰਦੇ ਹਾਂ। ਤੇ ਬਿੰਬੀਸਾਰ ਤੁਹਾਨੂੰ ਪਤਾ ਹੈ ਕਿ ਮਗਧ ਦਾ ਰਾਜਾ ਬਿੰਬੀਸਾਰ ਜੀ। ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤਥਾਗਤ ਬੁੱਧ ਜਿਹੜੇ ਆ ਉਹ ਰਾਜਗ੍ਰਹਿ ਆਏ ਆ, ਤਾਂ ਉਹ ਫਿਰ ਆਪਣੇ ਨਾਲ ਸਾਰੇ ਜਿੰਨੇ ਉਹਨਾਂ ਦੇ ਬਾਕੀ ਪ੍ਰੋਹਿਤ ਸੀ ਜੀ ਤੇ ਹੋਰ ਜਿਹੜੇ ਮੰਤਰੀ ਸੀ ਜੀ ਲੱਖਾਂ ਦੀ ਤਾਦਾਦ ਦੇ ਵਿੱਚ ਜੀ ਉਹ ਤਥਾਗਤ ਬੁੱਧ ਨੂੰ ਮਿਲ ਜਾਂਦੇ ਆ। ਜੀ। ਇੱਥੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਜਦੋਂ ਤਥਾਗਤ ਬੁੱਧ ਆਪਣਾ ਗ੍ਰਹਿ ਤਿਆਗ ਕਰਕੇ ਜਾ ਰਹੇ ਸੀ ਜੀ ਤਾਂ ਬਿੰਬੀਸਰ ਨੇ ਕੋਸ਼ਿਸ਼ ਕੀਤੀ ਸੀ ਵੀ ਇਹਨੂੰ ਰੋਕਿਆ ਜਾਵੇ। ਜੀ। ਤੇ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਸੀ ਵੀ ਇਹ ਸਿਧਾਰਥ ਵੀ ਤੂੰ ਰਾਜਕੁਮਾਰ ਲੱਗਦਾ, ਵੀ ਤੂੰ ਇਦਾਂ ਕਰ, ਮੇਰਾ ਅੱਧਾ ਰਾਜ ਮੈਂ ਤੈਨੂੰ ਦੇ ਦਿੰਦਾ ਜੀ। ਵੀ ਤੂੰ ਮਤਲਬ ਗ੍ਰਹਿ ਤਿਆਗ ਨਾ ਕਰ। ਜੀ। ਪਰ ਉਹ ਸਿਧਾਰਥ ਗੌਤਮ ਨੇ ਉਦੋਂ ਕਿਹਾ ਸੀ, ਕਹਿੰਦਾ ਨਹੀਂ, ਮੈਂ ਸੱਚ ਦੀ ਖੋਜ ਦੇ ਵਿੱਚ ਜਾ ਰਿਹਾ ਤੇ ਮੈਂ ਸੱਚ ਦੀ ਖੋਜ ਦੇ ਵਿੱਚ ਜਾਵਾਂਗਾ, ਵੀ ਮੈਨੂੰ ਇਹ ਲਾਲਚਾਂ ਨਾ ਦੇ, ਇਹਨਾਂ ਲਾਲਚਾਂ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਣਾ। ਪਰ ਇੱਥੇ ਵੀ ਬਿੰਬੀਸਰ ਰਾਜਾ ਨੇ ਉਹਨਾਂ ਨੂੰ ਕਿਹਾ ਸੀ ਵੀ ਇਹ ਸਿਧਾਰਥ ਗੌਤਮ, ਜਦੋਂ ਤੂੰ ਸੱਚ ਦੀ ਖੋਜ ਕਰ ਲੂੰਗਾ ਤਾਂ ਜ਼ਰੂਰ ਮੇਰੇ ਰਾਜਗ੍ਰਹਿ ਦੇ ਵਿੱਚ ਆਉਣਾ। ਜੀ। ਤਾਂ ਉਹ ਹੁਣ ਰਾਜਗ੍ਰਹਿ ਦੇ ਵਿੱਚ ਤੁਹਾਡੇ ਪਹਿਲਾਂ ਆਪਾਂ ਜਿਹੜੇ ਐਤਵਾਰ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀਗਾ ਜੀ ਕਿ ਵੀ ਸਾਰੀ ਪੋਤੇ ਮੁਦਗਲਿਆਣ ਜਿਹੜੇ ਆ ਏਡੇ ਵੱਡੇ ਮਤਲਬ ਜਿਹੜੇ ਉਹਦੇ ਲੈਫਟੀਨੈਂਟ ਆ, ਉਹ ਉਹਦੇ ਸੰਘ ਦੇ ਵਿੱਚ ਬਣ ਕੇ ਤੇ ਪ੍ਰਚਾਰ ਕਰ ਰਹੇ ਆ। ਤੇ ਇਹ ਜਦੋਂ ਫਿਰ ਜਦੋਂ ਤਥਾਗਤ ਬੁੱਧ ਰਾਜਗ੍ਰਹਿ ਦੇ ਵਿੱਚ ਉੱਥੇ ਗਏ ਸੀ ਤਾਂ ਫਿਰ ਬਿੰਬੀਸਾਰ ਨੂੰ ਪਤਾ ਲੱਗਦਾ ਤੇ ਫਿਰ ਲੱਖਾਂ ਦੀ ਤਾਦਾਦ ਦੇ ਵਿੱਚ ਆਪਣੇ ਸਾਰੇ ਮਤਲਬ ਰਾਜਗ੍ਰਹਿ ਦੇ ਪ੍ਰੋਹਿਤ ਹੋਰ ਮੰਤਰੀ ਸਾਰਿਆਂ ਨੂੰ ਲੈ ਕੇ ਇਹਨਾਂ ਨੂੰ ਮਿਲ ਜਾਂਦਾ ਜੀ। ਤੇ ਉੱਥੇ ਜਦੋਂ ਉਹਨਾਂ ਨੂੰ ਮਿਲ ਜਾਂਦਾ ਤੇ ਉੱਥੇ ਜਦੋਂ ਦੇਖਦਾ ਕਿ ਜਿਹੜੇ ਉਰੂਵੇਲ ਕਸ਼ਯਪ ਆ ਜੀ, ਉਹ ਉੱਥੇ ਬੈਠੇ ਆ ਜੀ, ਤੇ ਉਹਨੂੰ ਬੜੀ ਹੋਰ ਤਰ੍ਹਾਂ ਲੱਗਦਾ, ਕਹਿੰਦਾ ਵੀ ਕਿਤੇ ਅਚਰਜਤਾ ਹੋਈ। ਉਹ ਹੈਰਾਨ ਹੋ ਜਾਂਦਾ ਵੀ ਕਿਤੇ ਇਹ ਜਿਹੜਾ ਸਿਧਾਰਥ ਗੌਤਮ ਨੇ ਉਰੂਵੇਲ ਨੂੰ ਤੇ ਨਹੀਂ ਆਪਣਾ ਮਤਲਬ ਚੇਲਾ ਦੂਸਰਾ ਉਰੂਵੇਲ ਦਾ ਤੇ ਨਹੀਂ ਚੇਲਾ ਬਣ ਗਿਆ ਜੀ।
ਤਾਂ ਉਹ ਜਦੋਂ ਲੱਗ ਗਏ ਆ, ਤੇ ਜਦੋਂ ਗਏ ਤੇ ਉਹ ਉਰੂਵੇਲ ਨੂੰ ਪੁੱਛਦਾ ਵੀ ਤੂੰ ਇੱਥੇ ਕਿੱਦਾਂ ਆਇਆ। ਜੀ ਤਾਂ ਉਹ ਫਿਰ ਜਿਹੜੀ ਉਹਦੀ ਹੈਰਾਨਗੀ ਦੀ ਆ ਉਹ ਗੱਲ ਜਿਹੜੀ ਆ ਉਹ ਦੂਰ ਹੋ ਜਾਂਦੀ ਆ, ਤੇ ਉਰੂਵੇਲ ਕਹਿੰਦਾ ਆ ਕਿ ਮੈਨੂੰ ਅੱਜ ਸੱਚ ਦਾ ਪਤਾ ਲੱਗ ਗਿਆ। ਜੀ ਮੈਂ ਤਾਂ ਇਦਾਂ ਹੀ ਭਟਕਦਾ ਰਿਹਾ, ਅਗਨੀ ਪੂਜਾ ਕਰਦੇ ਰਹੇ, ਜੱਗ ਕਰਦੇ ਰਹੇ, ਜੀ ਹੋਰ ਤਰ੍ਹਾਂ ਤਰ੍ਹਾਂ ਦੀਆਂ ਮਤਲਬ ਕਰਮ ਕਾਂਡ ਕਰਦੇ ਰਹੇ। ਅਸਲੀ ਸੱਚ ਤਾਂ ਮੈਨੂੰ ਤਥਾਗਤ ਬੁੱਧ ਨੇ ਦੱਸਿਆ, ਜੀ ਤੇ ਮੈਂ ਹੁਣ ਬੁੱਧ ਦਾ ਚੇਲਾ ਬਣ ਗਿਆ। ਜੀ ਤਾਂ ਉਹਦੀ ਹੈਰਾਨਗੀ ਤੋਂ ਪਹਿਲਾਂ ਉਹਨੇ ਦੇਖਿਆ ਵੀ ਸਿਧਾਰਥ ਗੌਤਮ ਕਿਤੇ ਉਰੂਵੇਲ ਦਾ ਤੇ ਨਹੀਂ ਚੇਲਾ ਬਣ ਗਿਆ। ਜੀ ਤੇ ਉਹਨਾਂ ਨੂੰ ਕਹਿੰਦਾ ਕਿ ਮੈਂ ਤਥਾਗਤ ਦਾ ਚੇਲਾ ਆ, ਤਥਾਗਤ ਮੇਰੇ ਨਹੀਂ ਆ। ਜੀ ਤੇ ਜੀ ਉਹਦੇ ਚੇਲੇ ਬਣ ਜਾਂਦੇ। ਤੇ ਉਹ ਫਿਰ ਉਰੂਵੇਲ ਨੂੰ ਪੁੱਛਦਾ ਵੀ ਤੈਨੂੰ ਕੀ ਮਿਲਿਆ ਜਿਹੜਾ ਤੁਸੀਂ ਉਹਨਾਂ ਦੇ ਚੇਲੇ ਬਣ ਗਏ ਆ। ਜੀ ਉਹ ਕਹਿੰਦੇ ਵੀ ਜੋ ਮੈਨੂੰ ਰਸਤਾ ਦੱਸਿਆ ਉਹਨੇ, ਤੇ ਅਸਲੀ ਸੱਚ ਤਾਂ ਉਹ ਆ। ਜੀ ਤਾਂ ਫਿਰ ਜਦੋਂ ਫਿਰ ਉਹਨਾਂ ਉਰੂਵੇਲ ਨੇ ਆਪਣਾ ਮਤਲਬ ਆਪਣੇ ਸਾਫਾ ਇੱਕ ਸਾਈਡ ਨੂੰ ਕਰਕੇ ਤੇ ਤਥਾਗਤ ਨੂੰ ਪ੍ਰਣਾਮ ਕੀਤਾ, ਜੀ ਤਾਂ ਫਿਰ ਜਿਹੜਾ ਬਿੰਬੀਸਾਰ ਬੜਾ ਉੱਤੇ ਬੜਾ ਅਸਰ ਹੋਇਆ। ਜੀ ਤਾਂ ਫਿਰ ਬਿੰਬੀਸਾਰ ਨੇ ਬੇਨਤੀ ਕੀਤੀ ਕਿ ਵੀ ਇਹ ਤਥਾਗਤ ਵੀ ਤੁਸੀਂ ਮੈਨੂੰ ਵੀ ਆਪਣਾ ਧੰਮ ਸਮਝਾਓ। ਜੀ ਤਾਂ ਫਿਰ ਤਥਾਗਤ ਤੁਹਾਨੂੰ ਪਤਾ ਕਿ ਉਹਨਾਂ ਦਾ ਜਿਹੜਾ ਧੰਮ ਆ ਉਹ ਮੈਤਰੀ, ਕਰੁਣਾ, ਮੁਦਿਤਾ, ਉਪੇਖਾ ਦਾ ਧਰਮ ਆ। ਜੀ ਵੀ ਸਹੀ ਮਾਰਗ ਆ, ਜੀ। ਕਰਮ ਕਾਂਡਾਂ ਦੇ ਨਾਲ ਕੋਈ ਉਹਨਾਂ ਦਾ ਵਾਸਤਾ ਨਹੀਂ। ਜੀ ਤੇ ਇੱਥੇ ਉਹ ਜ਼ਰੂਰ ਉਹਨਾਂ ਨੂੰ ਗੱਲ ਕਰਦੇ ਆ ਕਿ ਇਹ ਰਾਜਾ, ਕਿ ਜਿਹੜੀ ਤੇਰੀ ਪ੍ਰਜਾ ਆ ਇਹਨੂੰ ਇੱਕ ਇਕਲੌਤੀ ਜਿਹੜੀ ਆਪਣੀ ਸੰਤਾਨ ਵਾਂਗੂ ਸਮਝੋ, ਜੀ ਇਹਨਾਂ ਦਾ ਭਲਾ ਕਰੋ, ਜੀ। ਇਹਨਾਂ ਨੂੰ ਉਜਾੜੋ ਨਾ। ਜੀ ਤੇ ਮਤਲਬ ਇਹ ਕਹਿੰਦਾ ਵੀ ਆਪਣੇ ਸਰੀਰ ਜਿਹੜਾ ਆ ਉਹਦੇ ਆਪਣੇ ਅੰਗਾਂ ਨੂੰ ਕਾਬੂ 'ਚ ਰੱਖੋ, ਜੀ। ਇਹੀ ਧੰਮ ਆ। ਜੀ ਤੇ ਉਹਨਾਂ ਦਾ ਇੰਨਾ ਅਸਰ ਹੁੰਦਾ, ਤੇ ਉਹ ਫਿਰ ਤਥਾਗਤ ਬੁੱਧ ਨੂੰ ਕਹਿੰਦੇ ਆ ਵੀ ਤਥਾਗਤ ਅੱਜ ਮੈਂ ਧੰਨ ਹੋ ਗਿਆ ਜੀ ਕਿ ਜਦੋਂ ਮੈਂ ਰਾਜਕੁਮਾਰ ਸੀ ਜੀ ਮੇਰੇ ਕੋਲ 5 ਇੱਛਾਵਾਂ ਸੀਗੀਆਂ। ਜੀ ਇੱਕ ਸੀਗਾ ਕਿ ਮੇਰਾ ਕਿਤੇ ਰਾਜ ਤਿਲਕ ਜਦੋਂ ਹੋਊਗਾ ਜੀ। ਵੀ ਮੇਰਾ ਰਾਜ ਤਿਲਕ ਹੋ ਜਾਵੇ। ਜੀ ਕਹਿੰਦਾ ਇੱਕ ਉਹ ਵੀ ਕਹਿੰਦਾ ਇੱਛਾ ਮੇਰੀ ਪੂਰੀ ਹੋ ਗਈ। ਜੀ ਫਿਰ ਕਹਿੰਦਾ ਮੇਰੀ ਇੱਛਾ ਸੀ ਕਿ ਵੀ ਤਥਾਗਤ ਬੁੱਧ ਜਿਹੜੇ ਆ ਉਹ ਜਦੋਂ ਸਮਿਕ ਸੰਬੁੱਧ ਮੇਰੇ ਰਾਜ ਵਿੱਚ ਪ੍ਰਧਾਨਗੇ, ਜੀ ਕਹਿੰਦਾ ਅੱਜ ਤੁਹਾਨੂੰ ਦੇਖ ਕੇ ਕਹਿੰਦਾ ਵੀ ਉਹ ਵੀ ਮੇਰੀ ਇੱਛਾ ਪੂਰੀ ਹੋ ਗਈ, ਤੁਸੀਂ ਰਾਜਗ੍ਰਹਿ ਦੇ ਵਿੱਚ ਪਧਾਰੇ ਹੋ। ਜੀ ਤੇ ਕਹਿੰਦਾ ਤੀਸਰੀ ਮੇਰੀ ਇੱਛਾ ਸੀ ਕਿ ਮੈਂ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂ। ਜੀ ਤਾਂ ਕਹਿੰਦਾ ਅੱਜ ਦੇਖੋ ਇਹ ਕੋਇਨਸੀਡੈਂਟ ਹੈ ਕਿ ਵੀ ਅੱਜ ਮੈਂ ਤੁਹਾਡੀ ਸੇਵਾ ਦੇ ਵਿੱਚ ਇੱਥੇ ਆਇਆ, ਮੈਨੂੰ ਪਤਾ ਲੱਗਾ। ਇੱਕ ਕਹਿੰਦਾ ਮੇਰੀ ਇਹ ਵੀ ਇੱਛਾ ਪੂਰੀ ਹੋ ਗਈ। ਜੀ ਫਿਰ ਕਹਿੰਦਾ ਵੀ ਤਥਾਗਤ ਬੁੱਧ ਜਿਹੜੇ ਆ ਉਹ ਮੈਨੂੰ ਧੰਮ ਦਾ ਉਪਦੇਸ਼ ਦੇਣਗੇ, ਜੀ ਤੇ ਅੱਜ ਤੁਸੀਂ ਮੈਨੂੰ ਧੰਮ ਦਾ ਉਪਦੇਸ਼ ਦੇ ਰਹੇ ਆ। ਜੀ ਤਾਂ ਇਹ ਵੀ ਮੇਰੀ ਇੱਛਾ ਜਿਹੜੀ ਆ ਪੂਰੀ ਹੋ ਜਾਂਦੀ ਆ। ਜੀ ਤਾਂ ਇਹ ਮੇਰੇ ਮਨ ਦੇ ਵਿੱਚ ਇੱਛਾ ਸੀ ਕਿ ਮੈਂ ਤਥਾਗਤ ਬੁੱਧ ਦਾ ਜਿਹੜਾ ਆ ਉਹਦਾ ਫਿਰ ਮੈਂ ਚੇਲਾ ਬਣੂੰਗਾ, ਜੀ ਉਪਾਸਕ ਬਣੂੰਗਾ। ਜੀ ਅੱਜ ਮੇਰੀ ਇਹ ਵੀ ਇੱਛਾ ਪੂਰੀ ਹੋਣ ਜਾ ਰਹੀ ਆ। ਜੀ। ਧੰਨ ਹੋ ਤਥਾਗਤ ਜੀ ਕਿ ਤੁਸੀਂ, ਇਹ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਆ ਕਿ ਜਿਸ ਤਰ੍ਹਾਂ ਕਿ ਤੁਸੀਂ ਮਤਲਬ ਇੱਕ ਜਿਹੜਾ ਕੁੱਬਾ ਆ ਉਹ ਸਿੱਧਾ ਹੋ ਗਿਆ ਹੋਵੇ। ਜੀ ਇਦਾਂ ਲੱਗਦਾ ਆ ਕਿ ਜਿਸ ਤਰ੍ਹਾਂ ਕਿ ਗੁੰਮਰਾਹ ਨੂੰ ਇੱਕ ਰਸਤਾ ਮਿਲ ਗਿਆ ਹੋਵੇ। ਜੀ ਮੈਨੂੰ ਇਦਾਂ ਲੱਗਦਾ ਕਿ ਇੱਕ ਹਨੇਰੇ ਦੇ ਵਿੱਚ ਦੀਪ ਜਲ ਗਿਆ ਜੀ ਕਿ ਤਾਂ ਜੋ ਅੱਖਾਂ ਵਾਲੇ ਆ ਉਹ ਰਸਤਾ ਦੇਖ ਸਕਣ। ਜੀ ਤਾਂ ਇਹ ਮੈਨੂੰ ਮਤਲਬ ਇੰਨਾ ਪ੍ਰਸੰਨ ਆ, ਤੇ ਮੈਨੂੰ ਤੁਹਾਡਾ ਧਰਮ ਸਮਝ ਆ ਗਿਆ ਆ, ਤੇ ਮੈਨੂੰ ਵੀ ਆਪਣੀ ਧਰਮ ਦੀ ਸ਼ਰਨ ਦੇ ਵਿੱਚ ਲੈ ਲਓ। ਉਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ। ਜੀ ਫਿਰ ਤਥਾਗਤ ਬੁੱਧ ਨੇ ਉਹਨਾਂ ਨੂੰ ਆਪਣੀ ਧਰਮ ਦੇ ਦੇਸ਼ਨਾ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਆਪਣੇ ਉਪਾਸਕ ਜੀ ਦੀ ਦੀਕਸ਼ਾ ਦਿੱਤੀ ਜੀ ਕਿ ਤੁਸੀਂ ਗ੍ਰਸਤੀ ਜਿਹੜਾ ਆ ਕਿ ਇੱਕ ਭਿੱਖੂ ਤੇ ਇੱਕ ਗ੍ਰਸਤੀ, ਜੀ ਜਿਹੜਾ ਗ੍ਰਸਤੀ ਆ ਉਹ ਗ੍ਰਸਤੀ ਹੁੰਦੇ ਹੋਏ ਵੀ ਮੇਰਾ ਧੰਮ ਦਾ ਪਾਲਨ ਕਰਕੇ ਸੁੱਖ ਆਨੰਦ ਮਾਣ ਸਕਦਾ ਹੈ। ਜੀ ਤੇ ਮੈਂ ਤੁਹਾਨੂੰ ਇੱਕ ਉਪਾਸਕ ਦੀ ਦੀਕਸ਼ਾ ਦਿੰਦਾ ਹੈ ਕਿ ਤੁਸੀਂ ਗ੍ਰਸਤੀ ਬਣੇ ਰਹੋ, ਕਿ ਤੁਸੀਂ ਪ੍ਰਜਾ ਦੀ ਸੇਵਾ ਕਰਦੇ ਰਹੋ। ਤੇ ਇੱਥੇ ਜ਼ਰੂਰ ਹੈ ਕਿ ਉੱਥੇ ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿ ਉਹਨਾਂ ਨੇ ਇਹ ਦੀਕਸ਼ਾ ਦਿੱਤੀ ਉਹਨਾਂ ਨੂੰ ਕਿ ਜਦੋਂ ਰਾਜਾ ਧਰਮੀ ਹੋ ਜਾਂਦਾ ਤੇ ਪ੍ਰਜਾ ਧਰਮੀ ਹੋ ਜਾਂਦੀ ਹੈ। ਜਦੋਂ ਪ੍ਰਜਾ ਧਰਮੀ ਹੋ ਜਾਂਦੀ ਹੈ ਤੇ ਉਹਦੇ ਮੰਤਰੀ ਧਰਮੀ ਹੋ ਜਾਂਦੇ। ਜਦੋਂ ਮੰਤਰੀ ਧਰਮੀ ਹੋ ਜਾਂਦੇ ਆ ਤੇ ਜਿਹੜਾ ਰਾਜ ਭਾਗ ਆ ਉਹ ਵੀ ਧਾਰਮਿਕ ਤਰੀਕੇ ਨਾਲ ਚੱਲਣ ਲੱਗ ਪੈਂਦਾ। ਤੇ ਇਹ ਫਿਰ ਬਿੰਬੀਸਾਰ ਦੀ ਉੱਥੇ ਫਿਰ ਉਹਨਾਂ ਨੇ ਉਪਾਸਕ ਦੀ ਦੀਕਸ਼ਾ ਦਿੱਤੀ। ਤੇ ਉਹਦੇ ਨਾਲ ਹੀ ਜਿਹੜੇ ਉਹਨਾਂ ਦੇ ਨਾਲ ਲੱਖਾਂ ਦੂਸਰੇ ਪੁਰੋਹਿਤ ਆਏ ਸੀਗੇ, ਉਹਨਾਂ ਨੇ ਵੀ ਤਥਾਗਤ ਬੁੱਧ ਦੀ ਸ਼ਰਨ ਦੇ ਵਿੱਚ ਆ ਗਏ ਤੇ ਬੁੱਧ ਧੰਮ ਸੰਘ ਦੀ ਸ਼ਰਨ ਦੇ ਵਿੱਚ ਇਹ ਫਿਰ ਆ ਜਾਂਦੇ ਬਿੰਬੀਸਾਰ ਜੀ। ਹੁਣ ਤੁਸੀਂ ਦੱਸੋਗੇ ਕਿ ਅਨਾਥਕ ਪਿੰਡਕ ਦੀ ਜਿਹੜੀ ਕਿਉਂਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਆ ਇਹਦੀ ਜਿਹੜੀ ਕਹਾਣੀ ਆ, ਬਿਲਕੁਲ, ਤਾਂ ਇਹਦੇ ਬਾਰੇ ਤੁਸੀਂ ਇਸ ਦੀਕਸ਼ਾ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਹਦੇ ਦੱਸੋਗੇ? ਬਾਰੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜੇ ਅਨਾਥ ਪਿੰਡਕ ਆ
ਜੀ ਉਹ ਐਕਚੁਅਲੀ ਕੌਸ਼ਲ ਰਾਜਾ ਜਿਹੜਾ ਆ ਉਹ ਪ੍ਰਸੰਜਿਤ ਜੀ ਉਹਦੇ ਖਜ਼ਾਨਚੀ ਆ, ਜੀ ਤੇ ਖਜ਼ਾਨਚੀ ਕਰਕੇ ਪੈਸੇ ਦਾ ਲੈਣ ਦੇਣ, ਪੈਸਾ ਹਮੇਸ਼ਾ ਉਹਨਾਂ ਦੇ ਹੱਥਾਂ ਦੇ ਵਿੱਚ ਰਹਿੰਦਾ। ਜੀ। ਤੇ ਰਾਜੇ ਦਾ ਖਜ਼ਾਨਚੀ ਹੋਵੇ ਜੀ ਤੇ ਬੜਾ ਧਨਾੜ ਸੀ। ਜੀ ਤੇ ਇੱਕ ਬਾਤ ਹੋਈ ਆ ਕਿ ਜਿਸ ਤਰ੍ਹਾਂ ਕਿ ਮੈਂ ਜੋ ਵੀ ਆਪਾਂ ਦੱਸ ਰਿਹਾ, ਮੈਂ ਚਲੀ ਸਾਹਿਬ ਇੱਥੇ ਮੈਂ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕੋਟੀ ਪ੍ਰਣਾਮ ਕਰਦਾ ਆ ਜੀ। ਕਿ ਉਹਨਾਂ ਨੇ ਸਾਨੂੰ ਜੋ ਧਰਮ ਗ੍ਰੰਥ ਦਿੱਤਾ ਆ, ਬੁੱਧਾ and his ਧੰਮਾ। ਬੁੱਧਾ ਐਂਡ ਹਿਸ ਧੰਮਾ, ਜੀ। ਬੁੱਧ ਤੇ ਉਹਦਾ ਧਰਮ, ਜੀ ਤੇ ਉਹਦੇ ਵਿੱਚੋਂ ਇਹ ਬਾਬਾ ਸਾਹਿਬ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਇਸ ਗ੍ਰੰਥ ਨੂੰ ਤਿਆਰ ਕੀਤਾ। ਜੀ। ਜਿੰਨੇ ਉਹਦੇ ਵਿੱਚ ਕਰਮ ਕਾਂਡ ਸੀ ਉਹਦੇ ਬੁੱਧਿਜ਼ਮ ਦੇ ਵਿੱਚ ਆਏ, ਸਾਰਿਆਂ ਨੂੰ ਸਾਫ਼ ਕਰਕੇ ਜੀ। ਬੁੱਧਾ ਧੰਮ। ਇੱਥੇ ਮੈਂ ਸਾਰੇ ਦਰਸ਼ਕਾਂ ਨੂੰ ਕਹਾਂਗਾ ਕਿ ਬੇਨਤੀ ਕਰਾਂਗਾ ਕਿ ਇਹ ਜ਼ਰੂਰ ਪੜ੍ਹੋ। ਜੀ ਤੇ ਉਹਦੇ ਹਿਸਾਬ ਉਹਦੇ ਵਿੱਚ ਇਹ ਦਰਜ ਆ। ਜੀ ਤੇ ਇੱਕ ਵਾਰੀ ਫਿਰ ਉਹ ਆਪਣੇ ਮਗਧ ਨੂੰ, ਜੀ ਰਾਜਗ੍ਰਹਿ ਨੂੰ ਜਾਂਦਾ, ਕੋਈ ਆਪਣੇ ਰਾਜੇ ਦੇ ਕੰਮ ਨੂੰ। ਜੀ ਤਾਂ ਉੱਥੇ ਜਦੋਂ ਜਾਂਦਾ ਤੇ ਉਹ ਕੀ ਦੇਖਦਾ ਕਿ ਉੱਥੇ ਦਾ ਜਿਹੜਾ ਬਿੰਬੀਸਰ ਦਾ ਖਜ਼ਾਨਚੀ ਆ, ਜੀ ਤੇ ਉਹ ਜਿਹੜਾ ਸੁਦੱਤ ਆ, ਜੀ। ਇਹ ਨਾਥ ਪਿੰਡਕ ਦਾ ਨਾਂ ਸੁਦੱਤ ਆ। ਜੀ ਤੇ ਸੁਦੱਤ ਦੇ ਜਿਹੜੇ ਮਿਸਿਸ ਸੀਗੇ, ਉਹਦੇ ਘਰ ਵਾਲੀ ਸੀ, ਉਹਦਾ ਭਰਾ ਸੀ। ਜੀ ਤੇ ਉਹਨੂੰ ਮਿਲਣ ਜਾਂਦਾ ਤੇ ਉੱਥੇ ਜਾ ਕੇ ਜਦੋਂ ਉਹਨੂੰ ਦੇਖਦਾ ਕਿ ਉਹ ਤਥਾਗਤ ਬੁੱਧ ਦੀ ਮਤਲਬ ਉਹਨਾਂ ਦੇ ਕੋਲ ਉਹਨਾਂ ਦੀ ਸੇਵਾ ਕਰ ਰਿਹਾ, ਜੀ ਉਹਨਾਂ ਦੇ ਪ੍ਰਵਚਨ ਸੁਣਦਾ, ਤੇ ਇਹ ਸੁਦੱਤ ਤੇ ਬੜਾ ਅਸਰ ਹੋਇਆ। ਜੀ ਤੇ ਉਹਨ ਵੀ ਕਿਹਾ ਵੀ ਮੈਂ ਵੀ ਤਥਾਗਤ ਬੁੱਧ ਦੇ ਕੋਲ ਜਾ ਕੇ ਤਾਂ ਮੈਂ ਵੀ ਉਹਦੇ ਜਿਹੜੇ ਦੇਸ਼ਨਾ ਹੈ ਮੈਂ ਸੁਣਨਾ ਚਾਹੁੰਦਾ ਹਾਂ। ਜੀ ਤੇ ਇਹ ਜਦੋਂ ਉਹਨਾਂ ਕੋਲ ਜਾਂਦਾ ਹੈ ਤੇ ਤਥਾਗਤ ਬੁੱਧ ਦੇ ਨੂੰ ਪ੍ਰਣਾਮ ਕਰਕੇ ਤੇ ਉਹਨਾਂ ਕੋਲ ਆ ਕੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤਥਾਗਤ ਮੈਨੂੰ ਬੜਾ ਖੁਸ਼ੀ ਹੋਈ ਆ ਕਿ ਤੁਹਾਡੇ ਮੈਨੂੰ ਦਰਸ਼ਨ ਹੋਇਆ, ਮੈਨੂੰ ਧੰਮ ਦੇਸ਼ਨਾ ਦਿਓ। ਤੇ ਤਥਾਗਤ ਬੁੱਧ ਉਹਨਾਂ ਨੂੰ ਬੜੇ ਕਰੁਣਾਮਈ ਦੇ ਨਾਲ ਉਹਨਾਂ ਨੂੰ ਧੰਮ ਦੇਸ਼ਨਾ ਸੁਣਾਉਂਦੇ ਆ, ਜੀ। ਦੱਸਦੇ। ਤਾਂ ਫਿਰ ਉਹ ਜਿਹੜਾ ਇਹ ਸੁਦੱਤ ਸੀ, ਜੀ ਸੁਦੱਤ ਦੇ ਮਨ ਦੇ ਵਿੱਚ ਆਈ ਸੀ, ਕਹਿੰਦਾ ਵੀ ਇਹ ਤਥਾਗਤ ਵੀ ਮੈਂ ਸੁਣਿਆ ਆ ਕਿ ਜਿਹੜੇ ਭਿੱਖੂ ਲੋਕ ਆ ਉਹ ਕਹਿੰਦੇ ਆ ਕਿ ਜਦੋਂ ਭਿੱਖੂ ਬਣ ਜਾਂਦੇ ਆ ਤੇ ਉਹ ਬੜਾ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ। ਜਿਹੜੇ ਗ੍ਰਸਤੀ ਲੋਕ ਆ ਨਾ, ਇਹ ਗ੍ਰਸਤੀ ਲੋਕ ਜਿਹੜਾ ਆ ਉਹ ਆਨੰਦ ਨਹੀਂ ਮਾਣ ਸਕਦੇ। ਵੀ ਗ੍ਰਸਤੀ ਜਿਹੜੀ ਆ ਬਹੁਤ ਭੈੜਾ ਜੀਵਨ ਜੀ ਰਹੇ ਆ। ਜੀ ਤੇ ਤਥਾਗਤ ਬੁੱਧ ਨੇ ਉਹਨਾਂ ਵਿੱਚੋਂ ਹੀ ਰੋਕ ਦਿੱਤਾ। ਕਹਿੰਦੇ ਵੀ ਸੁਦੱਤ ਇਹ ਨਾ ਕਹਿ, ਜੀ ਜਿਹੜੇ ਭਿਕਸ਼ੂ ਇਹ ਕਹਿੰਦੇ ਆ ਇਹ ਠੀਕ ਨਹੀਂ ਕਹਿੰਦੇ। ਜੀ ਤਿਆਗ ਕਰਕੇ ਫਿਰ ਤੁਸੀਂ ਇਹ ਜਿਹੜੀਆਂ ਕਾਮ ਭੋਗਾਂ ਦੀਆਂ ਗੱਲਾਂ ਕਰਨੀਆਂ, ਉਹ ਭਿੱਖੂ ਨਹੀਂ ਹੋ ਸਕਦਾ। ਜੀ ਤੇ ਭਿੱਖੂ ਬਣਦਾ ਤਿਆਗ ਕਰਕੇ। ਜੀ ਤੇ ਮੇਰਾ ਧੰਮ ਜਿਹੜਾ ਆ ਗ੍ਰਸਤੀਆਂ ਵਾਸਤੇ ਵੀ ਉਨਾ ਇੰਪੋਰਟੈਂਟ ਆ। ਜੀ ਤੇ ਗ੍ਰਸਤੀ ਵੀ ਮੇਰਾ ਧੰਮ ਜਿਹੜਾ ਆ ਉਹ ਤੇ ਚੱਲ ਕੇ ਸੁੱਖ ਮਾਣ ਸਕਦੇ ਆ। ਜੀ ਤੇ ਫਿਰ ਉਹਨਾਂ ਨੂੰ ਦੱਸਦਾ ਕਿ ਮੇਰੇ ਕੋਲ ਬਹੁਤ ਪੈਸਾ ਆ, ਜੀ ਮੈਂ ਮਤਲਬ ਬਿਜੀ ਰਹਿਣਾ ਆ, ਜੀ ਤੇ ਮੈਂ ਚਾਹੁੰਦਾ ਮੈਂ ਇਹ ਸਾਰੀ ਜ਼ਿੰਦਗੀ ਤਿਆਗ ਕਰਕੇ ਮੈਂ ਭਿੱਖੂ ਬਣ ਜਾਵਾਂ। ਤੇ ਤਥਾਗਤ ਬੁੱਧ ਉਹਨਾਂ ਨੂੰ ਕਹਿੰਦੇ ਕਿ ਨਹੀਂ ਸੁਦੱਤ, ਤੂੰ ਭਿੱਖੂ ਨਹੀਂ ਬਣ, ਤੂੰ ਗ੍ਰਸਤੀ ਬਣਿਆ ਰਹਿ। ਜੀ ਤੂੰ ਗ੍ਰਸਤੀ ਬਣ ਕੇ ਧੰਮ ਦਾ ਪਾਲਣ ਕਰ, ਪਰ ਲੇਕਿਨ ਜਿਹੜਾ ਧਨ ਆ, ਧਨ ਦੇ ਨਾਲ ਮੋਹ ਨਾ ਕਰਨ। ਜੀ ਧਨ ਦਾ ਹੋਣਾ ਜ਼ਰੂਰੀ ਆ, ਜੀ ਰੈਸ਼ ਔਰ ਅੰਮਾ ਦਾ ਹੋਣਾ ਜ਼ਰੂਰੀ ਆ। ਜੀ ਉਹ ਦਾ ਨਾਲ ਫਿਰ ਇਹ ਸੰਦੇਸ਼ ਦਿੰਦੇ ਆ ਤੇ ਆਪਣੇ ਸੁਦੱਤ ਨੂੰ। ਜੀ ਤੇ ਉਹ ਕਹਿੰਦੇ ਆ ਕਿ ਜਿਹੜਾ ਆਦਮੀ ਦਾ ਜੀਵਨ ਜੀ ਐਸ਼ ਆਰਾਮ ਔਰ ਅਧਿਕਾਰਾਂ ਦੇ ਨਾਲ ਗੁਲਾਮ ਨਹੀਂ ਹੁੰਦਾ। ਜੀ ਅਸਲੀ ਜਦੋਂ ਮਨੁੱਖ ਜਿਹੜਾ ਆ ਉਹ ਐਸ਼ੋ ਆਰਾਮ ਅਧਿਕਾਰਾਂ ਦਾ ਜੀਵਨ ਦਾ ਗੁਲਾਮ ਆਪ ਬਣ ਜਾਂਦਾ ਆ। ਜੀ ਲੇਕਿਨ ਉਹ ਜਿਹੜੇ ਆ ਆਰਾਮ ਐਸ਼ ਆਰਾਮ ਜਿਹੜੇ ਆ ਉਹ ਆਦਮੀ ਨੂੰ ਗੁਲਾਮ ਨਹੀਂ ਬਣਦੇ, ਲੇਕਿਨ ਜਿਹੜਾ ਉਹਦਾ ਮੋਹ ਆ ਜੀ ਉਹਨੂੰ ਗੁਲਾਮ ਬਣਾਉਂਦਾ ਆ। ਜੀ ਤੇ ਤੂੰ ਇਹ ਜਿਹੜਾ ਪੈਸਾ ਆ ਚੰਗੇ ਭਲੇ ਕੰਮਾਂ ਦੇ ਖਰਚ। ਜੀ ਤੇ ਇੱਥੇ ਜ਼ਰੂਰ ਮੈਂ ਦੱਸਣਾ ਚਾਹਾਂਗਾ ਕਿ ਉਹਨਾਂ ਨੇ ਉਹ ਬੜੇ ਫਿਰ ਉਦੋਂ ਤੋਂ ਬਾਅਦ ਉਹ ਬੜੇ ਮਦਦ ਕਰਨ ਲੱਗ ਪਏ ਲੋਕਾਂ ਦੀ। ਜਿਹੜਾ ਪੈਸਾ ਸੀ ਜੀ ਚੰਗੇ ਮਤਲਬ ਜਿਹੜੇ ਗਰੀਬਾਂ ਦੀ ਮਦਦ ਕਰਨੀ, ਉਹਨਾਂ ਵਾਸਤੇ ਇਹ ਮਤਲਬ ਜੇ ਹਸਪਤਾਲਾਂ ਦਾ ਹੋਰ ਜਿਹੜੀਆਂ ਗਰੀਬਾਂ ਵਾਸਤੇ ਕੋਈ ਸਹੂਲਤਾਂ, ਉਹਦੇ ਲਈ ਪੈਸਾ ਖਰਚਣਾ ਸ਼ੁਰੂ ਕਰ ਦਿੱਤਾ। ਜੀ ਇਸ ਕਰਕੇ ਉਹਨਾਂ ਨੂੰ ਅਨਾਥ ਪਿੰਡਕਸ ਕਿਹਾ ਆ ਕਿ ਉਹ ਜਿਹੜੇ ਆ ਅਨਾਥਾਂ ਦੀ ਜਿਹੜੀ ਆ ਉਹਨਾਂ ਦੀ ਮਦਦ ਕਰਦੇ ਸੀ। ਜੀ ਇੱਥੇ ਇਹ ਫਿਰ ਉਹ ਜਦੋਂ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਆ ਜੀ ਤੇ ਇਹ ਤਥਾਗਤ ਬੁੱਧ ਨੂੰ ਉਹਨਾਂ ਨੂੰ ਆਪਣੀ ਸ਼ਰਨ ਦੇ ਵਿੱਚ, ਬੁੱਧ ਧੰਮ ਸੰਘ ਦੀ ਸ਼ਰਨ ਦੇ ਵਿੱਚ ਆ ਕੇ ਉਪਾਸਕ ਦੀ ਦੀਕਸ਼ਾ ਦਿੰਦੇ ਉਹਨਾਂ ਨੂੰ। ਜੀ ਤੇ ਇਹ ਅਨਾਥ ਪਿੰਡਕਸ ਜਿਹੜੇ ਆ ਇਹ ਫਿਰ ਉਹਨਾਂ ਦੇ ਬਾਬਾ ਬੁੱਧਾ ਦੇ ਇਹ ਉਪਾਸਕ ਬਣ ਜਾਂਦੇ। ਤੇ ਇੱਥੇ ਇਹ ਜ਼ਰੂਰ ਆ ਕਿ ਜਦੋਂ ਉਪਾਸਕ ਬਣਦੇ ਆ ਤੇ ਇਹ ਜਦੋਂ ਕੌਸ਼ਲ ਦੇ ਵਿੱਚ ਪ੍ਰਸੰਜਿਤ ਰਾਜ ਦੇ ਵਿੱਚ ਉੱਥੇ ਇੱਕ ਸ਼ਰਾਵਸਤੀ ਜੀ ਜਗ੍ਹਾ ਆ। ਜੀ ਸ਼ਰਾਵਸਤੀ ਦੇ ਵਿੱਚ ਜੇਤਵਨ ਜਿਹੜਾ ਬਗੀਚਾ ਸੀ ਰਾਜ ਮਹਿਲਾਂ ਦਾ, ਜੀ ਉਹ ਚਾਹੁੰਦੇ ਆ ਕਿ ਮੈਂ ਤਥਾਗਤ ਬੁੱਧ ਲਈ ਆਰਾਮ ਦੇ ਲਈ ਇੱਥੇ ਮੈਂ ਉਹਨਾਂ ਦਾ ਵਿਹਾਰ ਬਣਾਵਾਂ। ਜੀ
ਤਾਂ ਲੇਕਿਨ ਉਹ ਵਿਹਾਰ ਬਣਾ ਤੇ ਉਹ ਜ਼ਮੀਨ ਲੈਣਾ ਚਾਹੁੰਦੇ ਆ, ਜੀ। ਲੇਕਿਨ ਉਹਨੂੰ ਜ਼ਮੀਨ ਦੇ ਨਹੀਂ ਰਹੇ। ਜੀ ਇੱਥੋਂ ਤੱਕ ਮੈਂ ਗੱਲ ਨੂੰ ਛੋਟ ਕਰਦਾ ਕਿ ਉਹ ਕਹਿੰਦੇ ਵੀ ਜਿੰਨਾ ਧਨ ਤੈਨੂੰ ਚਾਹੀਦਾ ਰਾਜਾ ਤੂੰ ਲੈ ਲਾ, ਜੀ ਮੈਨੂੰ ਆ ਜ਼ਮੀਨ ਚਾਹੀਦੀ ਆ। ਜੀ ਹੁਣ ਸ਼ਰਤ ਰੱਖੀ ਵੀ ਜਿੰਨੇ ਸੋਨੇ ਦੀਆਂ ਮੋਹਰਾਂ ਜਿੰਨੇ ਤੱਕ ਤੂੰ ਵਿਛਾ ਸਕੂੰਗਾ ਉੱਥੇ ਸੋਨੇ ਦੀਆਂ ਮੋਹਰਾਂ ਵਿਛਾ ਦੇ, ਉਹ ਤੇਰੀ ਜ਼ਮੀਨ ਹੋ ਜਾਊਗੀ। ਜੀ ਤਾਂ ਇਹ ਅਨਾਥ ਪਿੰਡਕਸ ਨੇ ਫਿਰ ਉਹ ਜਿਹੜੇ ਉਹਨਾਂ ਕੋਲ ਧਨ ਸੀ ਜੀ। ਸਾਰਾ ਵਿਛਾ ਦਿੱਤਾ ਸੀ, ਜੀ। ਤੇ ਉਹ ਫਿਰ ਉਹ ਜਿਹੜੀ ਜਗ੍ਹਾ ਆ ਜੇਤਵਨ ਹੈ, ਜੀ ਉਹ ਜੇਤਵਨ ਵਿਹਾਰ ਜਿਹੜਾ ਹੈ ਉੱਥੇ ਸ਼ਰਾਵਸਤੀ ਦੇ ਵਿੱਚ, ਜੀ ਇਹ ਫਿਰ ਤਥਾਗਤ ਬੁੱਧ ਨੂੰ ਉੱਥੇ ਆਰਾਮ ਘਰ ਬਣਾ ਕੇ ਦਿੱਤਾ। ਜੀ ਤਾਂ ਇੱਥੇ ਫਿਰ ਇਹ ਜਿਹੜੇ ਤੁਹਾਨੂੰ ਪਤਾ ਕਿ ਜੇਤਵਨਾ ਸ਼ਰਾਵਸਤੀ ਦੇ ਵਿੱਚ ਤਥਾਗਤ ਬੁੱਧ ਨੇ 25 ਵਰਸਾਂ ਬਾਅਦ ਜੀ ਉੱਥੇ ਗੁਜ਼ਾਰੇ ਸੀ। ਜੀ ਤਾਂ ਉੱਥੋਂ ਫਿਰ ਮੈਂ ਇੱਕ ਜ਼ਰੂਰ ਗੱਲ ਕਹਿਣਾ ਚਾਹੁੰਦਾ ਆ, ਇਹ ਜਿਹੜਾ ਮਹਾਮੰਗਲ ਸੁੱਤ ਆ, ਜੀ ਇਹਦਾ ਚਾਰਨ ਜਿਹੜਾ ਆ ਉਹ ਉਸੇ ਜੇਤਵਨੇ ਜੋ ਜਦੋਂ ਕਹਿੰਦੇ ਆ ਨਾ ਕਿ ਇੱਕ ਸਮਯੰਕ ਸਾਵਰਤੀ ਜੀ ਤੇ ਵਿਹਾਰਤੀ ਜੇਤਵਨੇ ਜੀ ਅਨਾਥ ਪਿੰਡਕਸ ਆਰਾਮੇ, ਜੀ ਇਹ ਜੇਤਵੰਦੀ ਉੱਥੇ ਫਿਰ ਗੱਲ ਆਉਂਦੀ ਹੈ। ਇਹ ਜੇਤਵਨ ਅਨਾਥ ਪਿੰਡਕਸ ਨੇ ਤਥਾਗਤ ਬੁੱਧ ਨੂੰ ਸੋਨੇ ਦੀਆਂ ਮੋਹਰਾਂ ਵਿਛਾ ਕੇ ਉੱਥੇ ਵਿਹਾਰ ਬਣਾਇਆ। ਇਸੇ ਕਰਕੇ ਮੈਂ ਅਨਾਥ ਪਿੰਡਕ ਦੇ ਜਦੋਂ ਗੱਲ ਕੀਤੀ ਆ ਬਈ ਇਸ ਦੀ ਵਿਲੱਖਣਤਾ ਕਰਕੇ ਮੈਂ ਤੁਹਾਡੇ ਕੋਲੋਂ ਪੁੱਛਿਆ ਸੀ ਕਿ ਇਸ ਦੀ ਧੰਮ ਦੇ ਵਿੱਚ ਬਹੁਤ ਵਿਲੱਖਣਤਾ ਆ, ਉਹ ਤੁਸੀਂ ਦੱਸ ਦਿੱਤੀ ਆ ਕਿ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹ ਜਿਹੜੀ ਜਗ੍ਹਾ ਆ ਜਿਹੜੀ ਉਹਨਾਂ ਨੇ ਲਈ ਸੀ। ਉਹਨਾਂ ਨੇ ਦਾਨ ਵੀ ਕੀਤਾ, ਲੇਕਿਨ ਉਹਨਾਂ ਨੇ ਧਰਮ ਸਾਧਨਾ ਦਾ ਵੀ ਬਹੁਤ ਉਹਨਾਂ ਨੇ ਅੱਗੇ ਗਏ। ਉਹਨਾਂ ਨੇ ਸ਼ਰੋਤਾਪਨ ਅਵਸਥਾ ਜਿਹੜੀ ਪਹਿਲੀ ਮੈਡੀਟੇਸ਼ਨ ਦੀ ਸਟੇਜ ਆਉਂਦੀ ਆ, ਉਹਨਾਂ ਨੇ ਉਹ ਵੀ ਅਟੇਨ ਕੀਤੀ। ਜੀ ਧਿਆਨ ਉਹਨਾਂ ਦੀ ਜਿਹੜੀ 2 ਪੁੱਤਰੀਆਂ ਸੀਗੀਆਂ, ਉਹ ਉਹਨਾਂ ਨੇ ਉਹਨਾਂ ਤੋਂ ਵੀ ਅੱਗੇ ਵੱਧ ਕੇ ਅਗਲੀਆਂ 2 ਸਟੇਜਸ ਅਟੇਨ ਕੀਤੀਆਂ। ਤਾਂ ਉਹਨਾਂ ਦਾ ਜਿਹੜਾ ਸਾਰਾ ਪਰਿਵਾਰ ਜਿਹੜਾ ਧਰਮ ਦੇ ਰਸਤੇ ਤੇ ਚੱਲਿਆ ਸੀ। ਥੈਂਕ ਯੂ ਅੰਜਨਾ ਜੀ। ਰਾਜਾ ਪ੍ਰਸੰਨਜਿਤ ਦੀ ਜਿਹੜੀ ਦੀਕਸ਼ਾ ਸੀ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋਗੇ? ਹਾਂ, ਹੁਣ ਦੇਖੋ ਕੌਸ਼ਲ ਰਾਜਾ ਦਾ ਖਜ਼ਾਨਚੀ ਜੀ ਸੁਦੱਤ ਜਿਹੜਾ ਅਨਾਥ ਪਿੰਡਕਸ, ਅਗਰ ਉਹ ਬੁੱਧ ਧੰਮ ਦੀ ਸ਼ਰਨ ਦੇ ਵਿੱਚ ਆ ਜਾਂਦਾ ਤੇ ਜਦੋਂ ਅਨਾਥ ਪਿੰਡਕਸ ਜਦੋਂ ਉੱਥੇ ਗਿਆ ਹੋਊਗਾ ਜੀ ਤਾਂ ਉਹਦੇ ਤੇ ਵੀ ਅਸਰ ਤਾਂ ਹੋਣਾ ਹੀ ਸੀ। ਜੀ ਕਿਉਂਕਿ ਜਦੋਂ ਧਰਮ ਆ ਜਾਂਦਾ ਤੇ ਉਹਨਾਂ ਦੀ ਚਾਲ ਢਾਲ, ਉਹਦਾ ਆਪਣਾ ਜੀਵਨ ਜਿਹੜਾ ਪਰਿਵਰਤਨ ਉਹਦੇ ਵਿੱਚ ਆ ਜਾਂਦਾ। ਜੀ ਤੇ ਇਹ ਫਿਰ ਜਦੋਂ ਤਥਾਗਤ ਬੁੱਧ ਉੱਥੇ ਗਏ ਸਨ ਕੌਸ਼ਲ ਸ਼ਰਾਵਸਤੀ ਦੇ ਵਿੱਚ, ਜੀ ਤੇ ਆਪਣੇ ਕੌਸ਼ਲ ਰਾਜਾ ਜਿਹੜਾ ਪ੍ਰਸੰਜਿਤ ਆ, ਉਹਨਾਂ ਨੂੰ ਪਤਾ ਲੱਗਦਾ ਕਿ ਤਥਾਗਤ ਬੁੱਧ ਇੱਥੇ ਪਧਾਰਿਓ ਆ, ਕਿਉਂ ਨਾ ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂ। ਜੀ ਤੇ ਇਹ ਫਿਰ ਤਥਾਗਤ ਬੁੱਧ ਨੂੰ ਜਾ ਕੇ ਰਾਜਾ ਪ੍ਰਸੰਜਿਤ ਮਿਲਣ ਜਾਂਦੇ ਆ ਜੀ ਤੇ ਉੱਥੇ ਸ਼ਰਾਵਸਤੀ ਦੇ ਵਿੱਚ। ਜੀ ਤੇ ਜਦੋਂ ਉੱਥੇ ਬੈਠ ਕੇ ਉਹਨਾਂ ਨੂੰ ਨਮਸਕਾਰ ਕਰਦੇ ਆ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਜੀ ਕਿ ਮੈਨੂੰ ਖੁਸ਼ੀ ਹੋਈ ਆ ਕਿ ਤੁਸੀਂ ਸ਼ਰਾਵਸਤੀ ਦੇ ਵਿੱਚ ਆਏ ਆ, ਕੌਸ਼ਲ ਰਾਜ ਦੇ ਵਿੱਚ ਵਧਾਰੇ ਹੋ ਜੀ ਤੇ ਮੈਂ ਤੁਹਾਡੇ ਤੋਂ ਇਹ ਦੇਸ਼ ਦਾ ਧੰਮ ਸੁਣਨਾ ਚਾਹੁੰਦਾ। ਜੀ ਤੇ ਮੈਨੂੰ ਪਤਾ ਲੱਗਾ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ ਅਨਾਥ ਪਿੰਡਕਸ ਜੀ ਉਹਨਾਂ ਦੇ ਆਪਣੇ ਉਪਾਸਕ ਤੋਂ ਉਹਨਾਂ ਦੀਕਸ਼ਾ ਲੈ ਲਈ ਸੀ, ਉਹ ਧੰਮ ਸੰਘ ਦੀ ਸ਼ਰਨ ਦੇ ਵਿੱਚ ਆ ਗਏ ਸੀ। ਤਾਂ ਫਿਰ ਉੱਥੇ ਬਿੰਬਿਸਾਰ ਉਹਨਾਂ ਨੂੰ ਤਥਾਗਤ ਬੁੱਧ ਜਿਹੜੇ ਦੇਸ਼ਨਾ ਦਿੰਦੇ ਆ ਤੇ ਉਹਨਾਂ ਨੂੰ ਉਹ ਫਿਰ ਕੰਮਾਂ ਦੀ ਦੇਸ਼ਨਾ ਦਿੰਦੇ ਆ। ਜੀ ਕਹਿੰਦੇ ਕਿ ਸਾਰੇ ਚੰਗੇ ਮਾੜੇ ਕੰਮ ਜਿਹੜੇ ਆ ਇਹ ਤੁਹਾਡੇ ਪਰਛਾਵੇਂ ਵਾਂਗੂ ਤੁਹਾਡਾ ਪਿੱਛਾ ਕਰਦੇ ਆ। ਜੀ ਜੇ ਚੰਗੇ ਆ ਉਹ ਵੀ ਤੇ ਜੇ ਮਾੜੇ ਆ ਉਹ ਵੀ। ਜੀ ਤਾਂ ਇਹਨਾਂ ਨੂੰ ਪੈਦਾ ਕਿੱਥੋਂ ਹੁੰਦੇ? ਮਨ ਦੇ ਵਿੱਚੋਂ ਪੈਦਾ ਹੁੰਦੇ ਆ। ਜੀ ਤੇ ਮਿੱਤਰਤਾ ਦੀ ਬਹੁਤ ਜ਼ਰੂਰਤ ਆ ਇਹਨਾਂ ਦੇ ਲਈ। ਤਾਂ ਫਿਰ ਉਹ ਕਹਿੰਦੇ ਆ ਕਿ ਇਹ ਰਾਜਾ ਕਿ ਤੂੰ ਆਪਣੇ ਜਿਹੜਾ ਸਰੀਰ ਦੇ ਸਾਰੇ ਅੰਗਾਂ ਤੇ ਕਾਬੂ ਕਰ, ਜੀ ਦੂਜਿਆਂ ਨੂੰ ਹੇਠਾਂ ਸੁੱਟ ਕੇ ਰਾਜ ਨਾ ਕਰ, ਉਹਨਾਂ ਦੇ ਨਾਲ ਪਿਆਰ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਵੇਲੇ ਉਹਨਾਂ ਦਾ ਸਾਥ ਦੇ ਕੇ ਧੀਰਜ ਰੱਖੋ। ਜੀ ਤੇ ਇਸ ਤਰ੍ਹਾਂ ਉਹ ਕਹਿੰਦੇ ਆ ਕਿ ਆਦਮੀ ਦੀਆਂ ਸਟੇਜਾਂ ਹੁੰਦੀਆਂ। ਜੀ ਉਹਨਾਂ ਦੇ ਕੋਲ ਹੁੰਦਾ ਕਿ ਇੱਕ ਆਦਮੀ ਜਿਹੜਾ ਆ ਉਹ ਰੋਸ਼ਨੀ ਤੋਂ ਹਨੇਰੇ ਵੱਲ ਨੂੰ ਜਾਂਦਾ, ਜੀ ਤਾਂ ਦੂਸਰਾ ਹਨੇਰੇ ਤੋਂ ਰੋਸ਼ਨੀ ਵੱਲ ਨੂੰ ਜਾਂਦਾ। ਜੀ ਦੇਖੋ ਕਿੰਨੀ ਵੱਡੀ ਗੱਲ ਤਥਾਗਤ ਬੁੱਧ ਇੱਥੇ ਸਮਝਾ ਰਹੇ ਆ। ਪਹਿਲਾਂ ਰੋਸ਼ਨੀ ਤੋਂ ਹਨੇਰੇ ਵੱਲ ਨੂੰ ਜਾਂਦਾ, ਜੀ ਫਿਰ ਹਨੇਰੇ ਤੋਂ ਰੋਸ਼ਨੀ ਵੱਲ ਨੂੰ ਜਾਂਦਾ, ਤੇ ਹਨੇਰੇ ਤੋਂ ਫਿਰ ਘੁੱਪ ਹਨੇਰੇ ਵੱਲ ਨੂੰ ਜਾਂਦਾ। ਲੇਕਿਨ ਜਿਹੜਾ ਰੋਸ਼ਨੀ ਤੋਂ ਹੋਰ ਰੋਸ਼ਨੀ ਵੱਲ ਜਾਣਾ ਚਾਹੀਦਾ। ਹੁਣ ਅਸੀਂ ਬ੍ਰੇਕ ਵੱਲ ਨੂੰ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮਿਲਦੇ ਹਾਂ। ਤੁਸੀਂ ਕਿਤੇ ਜਾਣਾ ਨਹੀਂ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਬ੍ਰੇਕ ਤੋਂ ਬਾਅਦ ਲੋਟਸ ਟੈਲੀਵਿਜ਼ਨ ਤੇ ਆਪ ਜੀ ਦਾ ਇੱਕ ਵਾਰ ਫਿਰ ਸਵਾਗਤ ਹੈ।
ਮੇਰੀ ਗੱਲ ਸੁਮਨ ਸਾਹਿਬ ਜੀ ਦੇ ਨਾਲ ਚੱਲ ਰਹੀ ਸੀ। ਸੁਮਨ ਜੀ, ਕਿਉਂਕਿ ਦੀਕਸ਼ਾ ਦੀ ਗੱਲ ਚੱਲ ਰਹੀ ਆ, ਕਿਉਂਕਿ ਮੇਰੇ ਪਾਸ ਲਿਸਟ ਬਹੁਤ ਲੰਬੀ ਆ, ਇਹਨੂੰ ਜੇ ਇੱਥੇ ਨਿਬੇੜ ਦਈਏ, ਜਿਵੇਂ ਕਿ ਜੀਵਕ, ਰੱਠਪਾਲ, ਇਸ ਤਰ੍ਹਾਂ ਹੋਰ ਨੇ, ਬਈ ਤਥਾਗਤ ਦੇ ਧੰਮ ਦੇ ਨੂੰ ਦੇਖ ਕੇ ਇੰਨੇ ਪ੍ਰਭਾਵਿਤ ਹੋ ਕੇ ਲੋਕ ਉਹਨਾਂ ਦੇ ਨਾਲ ਜੁੜਨ ਲੱਗ ਪਏ। ਹੁਣ ਮੈਂ ਤੁਹਾਡੇ ਕੋਲੋਂ ਇਹ ਪੁੱਛਦਾ ਕਿ ਹੁਣ ਤੱਕ ਜਿਤਨਿਆਂ ਨੂੰ ਤਥਾਗਤ ਨੇ ਦੀਕਸ਼ਾ ਦਿੱਤੀ, ਉਹਨਾਂ ਦਾ ਕੇਂਦਰ ਬਿੰਦੂ ਜੋ ਹੈ ਉਹ ਨੈਤਿਕਤਾ ਅਤੇ ਪਵਿੱਤਰਤਾ ਦਾ ਜੀਵਨ ਜਿਉਣ ਦੀ ਗੱਲ ਕਰਦੇ ਹਨ। ਇਹ ਨੈਤਿਕਤਾ ਤੇ ਪਵਿੱਤਰਤਾ ਕੀ ਆ, ਇਹ ਸਾਡੇ ਦਰਸ਼ਕਾਂ ਨੂੰ ਮਾੜਾ ਜਿਹਾ ਦੱਸੋਗੇ? ਠੀਕ ਹੈ ਝੱਲੀ ਸਾਹਿਬ, ਇਹ ਬਹੁਤ ਵਧੀਆ ਕੁਐਸਚਨ ਤੁਸੀਂ ਸਵਾਲ ਪੁੱਛਿਆ ਕਿ ਇੱਥੇ ਮੈਂ ਉਹ ਥੋੜ੍ਹੇ ਬਿੰਬਿਸਾਰ ਜਿਹੜੀ ਰਾਜਾ ਪ੍ਰਸੰਜਿਤ ਦੀ ਮੈਂ ਉੱਥੇ ਜੋੜਨਾ ਚਾਹੂੰਗਾ। ਪਵਿੱਤਰਤਾ ਤੇ ਨੈਤਿਕਤਾ ਦੇ ਨਾਲ ਹੀ ਸੰਬੰਧਿਤ ਆ ਜੀ। ਤੇ ਜਿੱਦਾਂ ਉਹਨਾਂ ਨੇ ਦੱਸਿਆ ਕਿ ਆਦਮੀ, ਤਥਾਗਤ ਬੁੱਧ ਉਹਨਾਂ ਨੂੰ ਦੇਸ਼ਨਾ ਦੇ ਰਹੇ ਆ ਕਿ ਆਦਮੀ ਹਨੇਰੇ ਤੋਂ ਰੋਸ਼ਨੀ ਤੋਂ ਹਨੇਰੇ ਵੱਲ ਨੂੰ ਜਾਂਦਾ ਜੀ, ਫਿਰ ਉਹ ਹਨੇਰੇ ਤੋਂ ਰੋਸ਼ਨੀ ਵੱਲ ਨੂੰ ਵੀ ਜਾ ਸਕਦਾ ਹੈ, ਹਨੇਰੇ ਤੋਂ ਘੁੱਪ ਹਨੇਰੇ ਵੱਲ ਨੂੰ ਵੀ ਜਾ ਸਕਦਾ ਹੈ। ਤਾਂ ਪਰ ਕਹਿੰਦਾ ਰੋਸ਼ਨੀ ਤੋਂ ਵੱਧ ਰੋਸ਼ਨੀ ਵੱਲ ਜਿਹੜਾ ਅਕਲਮੰਦ ਮਨੁੱਖ ਜਿਹੜਾ ਆ ਉਧਰ ਨੂੰ ਜਾਊਗਾ, ਰੋਸ਼ਨੀ ਤੋਂ ਹੋਰ ਆ ਰੋਸ਼ਨੀ ਵੱਲ ਨੂੰ ਜਾਊਗਾ। ਉਹਦੇ ਨਾਲ ਕੀ ਹੋਊਗਾ ਕਿ ਉਹਦੇ ਗਿਆਨ ਦੇ ਵਿੱਚ ਵਾਧਾ ਹੋਊਗਾ ਜੀ, ਗਿਆਨ ਦੇ ਵਿੱਚ ਵਾਧਾ ਹੋਊਗਾ, ਉਹਦੇ ਵਿਚਾਰ ਉੱਚੇ ਉੱਠਣਗੇ ਜੀ, ਤਾਂ ਫਿਰ ਉਹਦੇ ਸ਼ਰਧਾ ਅਤੇ ਵਿਸ਼ਵਾਸ ਦਾ ਮਜ਼ਬੂਤ ਹੋਊਗਾ ਉਹਨਾਂ ਦਾ ਜੀ, ਤੇ ਇੱਥੇ ਰਾਜ ਧਰਮ ਦੇ ਨਿਯਮਾਂ ਦਾ ਤਾਂ ਪਾਲਨ ਕਰੂਗਾ ਜੀ। ਤੇ ਉਹ ਕਹਿੰਦੇ ਕਿ ਇਹ ਰਾਜਨ ਰਾਜ ਧਰਮ ਦੇ ਨਿਯਮਾਂ ਦਾ ਪਾਲਨ ਕਰੋ, ਆਪਣੀ ਖੁਸ਼ੀ ਦਾ ਆਧਾਰ ਮੈਤਰੀ ਭਰੇ ਮਨ ਨੂੰ ਬਣਾਓ ਜੀ। ਤੇ ਇਸ ਤਰ੍ਹਾਂ ਉਹਨਾਂ ਨੂੰ ਜਦੋਂ ਇਹ ਧੰਮ ਦੇਸ਼ਨਾ ਦਿੰਦੇ ਆ ਤੇ ਇਸ ਕਰਕੇ ਤੁਹਾਡਾ ਕਹਿੰਦਾ ਯਸ਼ ਜਿਹੜਾ ਆ ਉਹ ਅਮਰ ਰਹੂਗਾ ਜੀ। ਤੇ ਇੱਥੇ ਫਿਰ ਉਹ ਪ੍ਰਸੰਜਿਤ ਜੀ ਜਿਹੜੇ ਆ ਉਹਨਾਂ ਰਾਜੇ ਨੂੰ ਉਹਨਾਂ ਨੇ ਧੰਮ ਦੀਕਸ਼ਾ ਦੇ ਕੇ ਉਹਨਾਂ ਨੂੰ ਵੀ ਆਪਣੇ ਉਪਾਸਕ, ਉਹਨਾਂ ਨੂੰ ਉਪਾਸਕ ਦੀ ਦੀਕਸ਼ਾ ਦਿੱਤੀ ਜੀ। ਤੇ ਗੱਲ ਨੈਤਿਕਤਾ ਦੀ ਚੱਲਦੀ ਆ ਜੀ, ਕਿਉਂਕਿ ਜਦੋਂ ਤੁਸੀਂ ਪਹਿਲਾਂ ਤੋਂ ਸ਼ੁਰੂ ਤੋਂ ਲੈ ਕੇ ਦੇਖ ਲਓ ਕਿ ਜਿਹੜੇ ਤਥਾਗਤ ਬੁੱਧ ਦੀ ਬਾਣੀ ਆ, ਜੀ। ਜਿਹੜੀ ਉਹਦਾ ਧੰਮ ਆ, ਜੀ, ਉਹਦੇ ਵਿੱਚ ਹਮੇਸ਼ਾ ਬਾਰ-ਬਾਰ ਰੈਪੀਟੀਸ਼ਨ ਜਿਹੜੀ ਨੈਤਿਕਤਾ ਤੇ ਪਵਿੱਤਰਤਾ ਦੇ ਜੀਵਨ ਦੀ ਆਉਂਦੀ ਆ ਜੀ, ਤੇ ਜਿਹੜੀ ਕਿ ਆਧਾਰਿਤ ਹੈਗੀ ਆ ਪੰਚਸ਼ੀਲ, ਜੀ, ਪੰਚਸ਼ੀਲਾਂ ਨੂੰ ਕਾਇਮ ਰੱਖਣਾ ਜੀ, ਤੇ ਅਸ਼ਟਾਂਗਿਕ ਮਾਰਗ, ਜੀ, ਅਸ਼ਟਾਂਗਿਕ ਮਾਰਗ ਨੂੰ ਮਜ਼ਬੂਤ ਬਣਾਉਣਾ ਤੇ 10 ਪਾਰਿਮਤਾਵਾਂ ਜਿਹੜੀਆਂ ਆ ਉਹਨਾਂ ਦਾ ਪਾਲਨ ਕਰਨਾ। ਥੈਂਕ ਯੂ ਵੈਰੀ ਮਚ ਸੁਮਨ ਸਾਹਿਬ, ਕਿਉਂਕਿ ਹੁਣ ਇਹ ਜਿਹੜਾ ਅੱਗੇ ਮੈਂ ਲੜੀ ਜਿਹੜੀ ਆ ਉਹ ਆਪਣੇ ਅੰਜਨਾ ਕੁਮਾਰੀ ਜੀ ਤੋਂ ਜਾਣਨਾ ਚਾਹਾਂਗਾ। ਅੰਜਨਾ ਜੀ, ਲਾਸਟ ਟਾਈਮ ਜਦੋਂ ਆਪਾਂ, ਮੇਰਾ ਖਿਆਲ ਪਿਛਲੇ ਐਤਵਾਰ ਨੂੰ ਤੁਹਾਡੇ ਨਾਲ ਗੱਲਬਾਤ, ਇੱਕ ਐਤਵਾਰ ਪਹਿਲਾਂ ਵੈਨਸਡੇ ਨੂੰ ਤੁਹਾਡੇ ਨਾਲ ਗੱਲਬਾਤ ਹੋਈ ਸੀ, ਉਦੋਂ ਮੈਂ ਤੁਹਾਡੇ ਕੋਲੋਂ ਇਹ ਪੁੱਛਿਆ ਸੀ ਕਿ ਤਥਾਗਤ ਬੁੱਧ ਨੂੰ ਜਦੋਂ ਗਿਆਨ ਹੋਇਆ ਤਾਂ ਉਹਨਾਂ ਨੂੰ ਪੰਚਸ਼ੀਲ ਦੀ ਜ਼ਰੂਰਤ ਕਿਉਂ ਪਈ। ਤੁਸੀਂ ਬਹੁਤ ਵਿਸਥਾਰ ਦੇ ਨਾਲ ਉਹ ਸਮਝਾਇਆ ਸੀਗਾ ਸਾਨੂੰ, ਮੈਨੂੰ ਉਹਦੇ ਬਹੁਤ ਕਮੈਂਟਸ ਆਏ ਆ, ਲੋਕਾਂ ਨੇ ਉਹਨੂੰ ਬੜੇ ਧਿਆਨ ਦੇ ਨਾਲ ਸੁਣਿਆ। ਅੱਜ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਕਿ ਬੁੱਧ ਧੰਮ ਵਿੱਚ ਪੰਚਸ਼ੀਲ ਦੀ ਕੀ ਮਹੱਤਤਾ ਆ, ਇਹਦੀ ਮਹੱਤਤਾ ਬਾਰੇ ਦੱਸੋਗੇ ਵੀ ਪੰਚਸ਼ੀਲ ਦੀ ਕੀ ਮਹੱਤਤਾ ਆ? ਜਿਹੜੇ ਪੰਚਸ਼ੀਲ ਆ ਉਹਨਾਂ ਦੀ ਉਹ ਜਿੱਦਾਂ ਅਸੀਂ ਕਹਿੰਦੇ ਆ ਕਿ ਉਹ ਸਾਨੂੰ ਧਰਮ ਦੀ ਜਿਹੜਾ ਸਾਡਾ ਬੇਸ ਜਿਹੜਾ ਜਿਹਦੇ ਤੇ ਅਸੀਂ ਉੱਠਦੇ ਆ ਉੱਪਰ ਜੀ, ਉਹ ਬੇਸ ਬਣਦੇ ਆ ਪੰਚਸ਼ੀਲ ਸਾਡੇ, ਨੀ ਆ ਉਹ ਸਾਡੇ। ਜਦੋਂ ਅਸੀਂ ਸਮਿਕ ਸੰਬੁੱਧ ਦੀ ਗੱਲ ਕਰਦੇ ਆ ਜੀ, ਤਾਂ ਉਹਨਾਂ ਦਾ ਇੱਕ ਲਕਸ਼ ਹੁੰਦਾ ਆ ਸਾਨੂੰ ਉਹਨਾਂ ਦੀ ਹਰ ਇੱਕ ਸਿੱਖਿਆ ਦਾ, ਕਿਉਂਕਿ ਉਹਨਾਂ ਨੇ ਬਿਨਾਂ ਕਾਰਨ ਤੋਂ ਕੁਝ ਨਹੀਂ ਕੀਤਾ ਜੀ, ਉਹਨਾਂ ਦੇ ਪਿੱਛੇ ਹਮੇਸ਼ਾ ਕੋਈ ਕਾਰਨ ਰਿਹਾ ਜੀ। ਤਾਂ ਉਹਨਾਂ ਦਾ ਇੱਕੋ ਹੀ ਲਕਸ਼ ਹੁੰਦਾ ਹੈ ਕਿ ਇਸ ਸੰਸਾਰ ਨੂੰ ਕਿੱਦਾਂ ਸਾਰਿਆਂ ਨੂੰ ਦੁੱਖਾਂ ਤੋਂ ਬਾਹਰ ਕੱਢਿਆ ਜਾਏ ਜੀ। ਤੇ ਜਿਹੜੇ ਪੰਚਸ਼ੀਲ ਆ ਉਹ ਜਿਹੜੇ ਆ ਉਹ ਸਾਨੂੰ ਮੁਕਤੀ ਦੇ ਮਾਰਗ ਨਾਲ ਜੋੜਦੇ ਆ ਜੀ। ਇਸ ਲਈ ਉਹਨਾਂ ਨੇ ਪੰਚਸ਼ੀਲ ਦਿੱਤੇ। ਇਹ ਕੋਈ ਇਹ ਨਹੀਂ ਹੈ ਕਿ ਉਹ ਦੇਖਣਾ ਚਾਹੁੰਦੇ ਕਿ ਤੁਸੀਂ ਇਹਨਾਂ ਨੂੰ ਨਿਭਾ ਸਕਦੇ ਹੋ ਜਾਂ ਨਹੀਂ ਜੀ। ਉਹਨਾਂ ਦਾ ਜਿਹੜਾ ਮੁੱਖ ਕਾਰਨ ਆ ਉਹ ਇਹੀ ਆ ਕਿ ਤੁਸੀਂ ਇਹਨਾਂ ਨੂੰ ਪਾਲਨ ਕਰੋਗੇ ਤਾਂ ਤੁਸੀਂ ਮੁਕਤੀ ਦੇ ਕਰੀਬ ਜਾਂਦੇ ਆ, ਇਹਨਾਂ ਦੁੱਖ ਭਰੇ ਜੀਵਨਾਂ ਤੋਂ ਮੁਕਤੀ ਦੀ ਤਰਫ ਜਾਂਦੇ ਆ। ਤਾਂ ਅਗਰ ਅਸੀਂ ਪੰਚਸ਼ੀਲ ਨੂੰ ਅਗਰ ਅਸੀਂ ਦੇਖਦੇ ਆ ਤਾਂ ਸਾਨੂੰ ਇਹ ਸਮਝ ਆਉਂਦਾ ਹੈ ਕਿ ਇਹ ਸਾਨੂੰ ਅਨਸੈਲਫਿਸ਼ ਬਣਾਉਂਦੇ ਆ ਜੀ। ਇਹ ਜਿਹੜੀ ਸੈਲਫ ਸੈਂਟਰਡ ਲਾਈਫ ਆ ਜੀ, ਮੈਂ ਮੇਰਾ, ਜਿੱਦਾਂ ਮੈਨੂੰ ਇਹ ਚਾਹੀਦਾ ਤਾਂ ਚੁਰਾ ਲਈ, ਮੈਨੂੰ ਇਹਦੇ ਤਾਂ ਨਫ਼ਰਤ ਆ ਉਹਨੂੰ ਮਾਰ ਦਿੱਤਾ ਜੀ। ਜਿੱਦਾਂ ਮੇਰੇ ਜਿਹੜੇ ਸੈਲਫ ਸੈਂਟਰਡ ਲਾਈਫ ਆ ਉੱਚੋਂ ਸਾਨੂੰ ਕੱਢ ਕੇ ਭਗਵਾਨ ਬੁੱਧ ਅਨਸੈਲਫਿਸ਼ ਲਾਈਫ ਦੀ ਤਰਫ ਲੈ ਕੇ ਜਾਂਦੇ ਆ ਜੀ। ਤਾਂ ਇਹਦਾ ਇੱਕ ਤਾਂ ਬੜਾ ਇਹ ਬਹੁਤ ਬੜਾ ਕਾਰਨ ਆ ਕਿ ਉਹ ਸਾਨੂੰ ਅਨਸੈਲਫਿਸ਼ਨੈਸ ਦੀ ਤਰਫ ਲੈ ਕੇ ਜਾਣਾ ਚਾਹੁੰਦੇ ਆ ਜੀ। ਤਾਂ ਇੱਕ ਜਿਹੜਾ ਦੂਸਰਾ ਕਾਰਨ ਜਿਹੜਾ ਇਹਦੇ ਵਿੱਚ ਬਹੁਤ ਬੜਾ ਆਂਦਾ ਆ ਉਹ ਇਹ ਆਂਦਾ ਆ ਕਿ ਇਹ ਭਗਵਾਨ ਬੁੱਧ ਨੇ ਕਿਹਾ ਕਿ ਅਗਰ ਮੁਕਤੀ ਉਹੀ ਇਨਸਾਨ ਪ੍ਰਾਪਤ ਕਰੂੰਗਾ ਜਿਹਦੀਆਂ 10 ਪਾਰਮਿਤਾਵਾਂ ਪੂਰੀਆਂ ਹੋਣਗੀਆਂ ਜੀ।
ਤਾਂ ਜਿਹੜੇ 10 ਪਾਰਮਿਤਾ ਆ ਉਹ ਇਦਾਂ ਆ ਕਿ ਜਿੱਦਾਂ ਇਹ ਘੜੇ ਆ, ਜੀ ਭਗਵਾਨ ਬੁੱਧ ਕਹਿੰਦੇ ਇਹ ਪੂਰੇ ਭਰੇ ਹੋਣੇ ਚਾਹੀਦੇ ਆ। ਜੀ ਜਦ ਤੱਕ ਇਹ ਪੂਰੇ ਭਰੇ ਹੋ ਨਹੀਂ ਆ ਤੁਸੀਂ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ। ਜੀ ਤਾਂ ਇਹ ਜਿਹੜੇ 10 ਪਾਰਮਿਤਾ ਆ ਇਹ ਸਾਰੀਆਂ ਜਿਹੜੀਆਂ ਆ ਸ਼ੀਲਾਂ ਦੇ ਵਿੱਚ ਸਮਾਈਆਂ ਹੋਈਆਂ ਆ। ਜੀ ਸ਼ੀਲ ਜਿਹੜੇ ਆ ਉਹ ਅਸ਼ਟਾਂਗਿਕ ਮਾਰਗ ਦੇ ਵਿੱਚ ਸਮਾਏ ਹੋਏ ਆ। ਜੀ ਤਾਂ ਆਰਯ ਅਸ਼ਟਾਂਗਿਕ ਮਾਰਗ ਪਾਰਮਿਤਾ ਦੇ ਵਿੱਚ ਸਮਾਏ ਹੋਏ ਇਹਦਾ ਆ। ਮਤਲਬ ਇਹ ਕੜੀ ਇਹ ਨਾਲ ਕੜੀ ਰਲ ਹੋਈ। ਸਾਰੇ ਜੁੜੇ ਹੋਏ ਆ ਇੱਕ ਦੂਸਰੇ ਦੇ ਨਾਲ। ਜੀ ਤਾਂ ਹੁਣ ਅਸੀਂ ਜਦੋਂ ਪਾਰਮਿਤਾ ਦੀ ਗੱਲ ਕਰਦੇ ਆ, ਦਾਨਾ ਪਾਰਮਿਤਾ ਪਹਿਲਾਂ ਆਉਂਦੀ ਆ, ਜੀ ਕਿਉਂਕਿ ਤਿਆਗਣੇ ਦੀ ਭਾਵਨਾ ਹੋਣੀ ਚਾਹੀਦੀ ਹੈ, ਬਹੁਤ ਜ਼ਰੂਰੀ ਆ, ਤਾਂ ਹੀ ਤੁਸੀਂ ਮੁਕਤ ਹੋਵੋਗੇ। ਅਗਰ ਤੁਸੀਂ ਤਿਆਗਣਾ ਹੀ ਨਹੀਂ ਚਾਹੁੰਦੇ ਕੁਝ ਵੀ, ਫਿਰ ਤੁਸੀਂ ਮੁਕਤੀ ਕਿਹਦੇ ਤੋਂ ਪਾ ਰਹੇ ਆ? ਜੀ ਤਾਂ ਤਿਆਗ ਜਿਹੜੀ ਪਾਰਮਿਤਾ ਪੂਰੀ ਕਰਨੀ ਪੈਂਦੀ ਆ ਉਹ ਦਾਨ ਦੀ ਕਰਨੀ ਪੈਂਦੀ ਆ। ਫਿਰ ਉਸ ਤੋਂ ਬਾਅਦ ਸ਼ੀਲ ਆਪਣੇ ਆਪ ਦੇ ਵਿੱਚ ਇੱਕ ਪਾਰਮਿਤਾ ਆ। ਜੀ ਅਗਰ ਅਸੀਂ ਅੱਛੇ ਕਰਮ ਹੀ ਨਹੀਂ ਕਰੂੰਗੇ ਤਾਂ ਮੁਕਤੀ ਕਿੱਦਾਂ ਹੋਊਗੀ? ਜੀ। ਬੁਰੇ ਕਰਮਾਂ ਨਾਲ ਤਾਂ ਸੰਸਾਰ 'ਚ ਬੰਦੇ ਰਹੋਗੇ। ਤਾਂ ਇਸ ਲਈ ਸ਼ੀਲ ਆਪਣੇ ਆਪ 'ਚ ਇੱਕ ਪਾਰਮਿਤਾ ਆ ਜਾਂਦੀ ਆ। ਫਿਰ ਉਸ ਤੋਂ ਬਾਅਦ ਆਉਂਦੀ ਹੈ ਨਿਖੰਮਾ, ਮਤਲਬ ਰਿਅੰਸੀਏਸ਼ਨ, ਜਿਹਨੂੰ ਅਸੀਂ ਕਹਿੰਦੇ ਵਿਰਾਗਯਤਾ। ਜੀ ਹੁਣ ਅਗਰ ਵਿਰਾਗਯਤਾ ਦੀ ਪਾਰਮਿਤੀ ਦੇ ਬਾਰੇ 'ਚ ਅਗਰ ਅਸੀਂ ਸੋਚਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਸਾਨੂੰ ਸਾਧੂ ਬਣਨਾ ਪੈਣਾ, ਜੀ ਲੇਕਿਨ ਇਹਦਾ ਇਹ ਅਰਥ ਨਹੀਂ ਹੈਗਾ। ਜੀ। ਸਾਧੂ ਨਹੀਂ ਬਣਨਾ ਪੈਣਾ ਤੁਹਾਨੂੰ। ਵਿਰਾਗ ਮਤਲਬ ਕਿ ਤੁਸੀਂ ਰਾਗ ਤੋਂ ਦੂਰ ਜਾਣਾ ਆ। ਜੀ ਉਹ ਤੁਸੀਂ ਗ੍ਰਸਤੀ ਜੀਵਨ 'ਚ ਵੀ ਰਹਿ ਕੇ ਕਰ ਸਕਦੇ ਆ। ਜੀ ਜਦੋਂ ਤੁਸੀਂ ਮੈਂ ਮੇਰੇ ਨਾਲ ਚਿਪਕਾਵ ਰੱਖਦੇ ਆ, ਤਦ ਹੀ ਅਸੀਂ ਨੈਤਿਕਤਾ ਦੇ ਵਿੱਚ ਜਿਹੜੇ ਅਸੀਂ ਦੂਸਰੇ ਨਿਯਮ ਦੇਖਦੇ ਆ ਉਹ ਵਿਰਾਗਯਤਾ ਦੀ ਤਰਫ ਲੈ ਕੇ ਜਾਂਦੇ ਆ ਤੁਹਾਨੂੰ। ਜੀ ਜਿਹੜੇ ਭਗਵਾਨ ਬੁੱਧ ਨੇ ਸ਼ੀਲ ਤੋਂ ਬਾਅਦ ਜਿਹੜੇ 3 ਚਰਨ ਆਉਂਦੇ ਆ ਉਹ ਇਸ ਲਈ ਹੈ ਤਾਂ ਕਿ ਤੁਸੀਂ ਵਿਰਾਗਯਤਾ ਦੀ ਤਰਫ ਉਹ ਪਾਰਮਿਤਾ ਤੁਸੀਂ ਪਾਰ ਕਰੋ। ਜੀ ਜਿਹੜੇ ਅਸੀਂ ਸਧਾਰਨ ਜੀਵਨ ਜੀਂਦੇ ਆ, ਇੰਦਰੀਆਂ ਦੇ ਵਸ਼ ਤੋਂ ਬਾਹਰ ਨਿਕਲਦੇ, ਉਹ ਇਸ ਲਈ ਆ। ਜੀ ਤਾਂ ਉਹ ਤੋਂ ਬਾਅਦ ਆਉਂਦੀ ਆ ਪੰਨਿਆ ਪਾਰਮਤੀ। ਜੀ ਇਹ ਪੰਨਿਆ ਪਾਰਮਤੀ ਜਿਹੜੀ ਹੈ ਇਹ ਵਿਜ਼ਡਮ ਦੀ ਪਾਰਮਤੀ ਆ। ਜੀ ਹੁਣ ਇਹ ਦੇਖਦੇ ਆ ਅਸੀਂ ਵਿਜ਼ਡਮ ਤੁਹਾਡੇ ਤੇ ਅੰਦਰ ਹੋਊਗਾ ਤਾਂ ਹੀ ਤਾਂ ਤੁਸੀਂ ਸ਼ੀਲ ਪਾਲਨ ਕਰੋਗੇ, ਜੀ ਹਨਾ। ਪਹਿਲਾਂ ਵਿਜ਼ਡਮ ਆਉਂਦਾ ਆ, ਉਹ ਇਹਦੇ ਨਾਲ ਜੁੜਿਆ ਹੋਇਆ ਆ ਵਿਜ਼ਡਮ। ਜੀ ਲੇਕਿਨ ਜਿਸ ਪਾਰਮਿਤਾ ਨੂੰ ਤੁਸੀਂ ਪੂਰੀ ਕਰਨੀ ਆ ਉਹ ਧਿਆਨ ਸਾਧਨਾ 'ਚ ਪੂਰੀ ਹੁੰਦੀ ਆ। ਜੀ ਕਿਉਂਕਿ ਵਿਜ਼ਡਮ ਜਿਹੜੀ ਆ, ਭਗਵਾਨ ਬੁੱਧ ਜਿਸ ਵਿਜ਼ਡਮ ਦੀ ਗੱਲ ਕਰ ਰਿਹਾ ਉਹ ਉਸ ਵਿਜ਼ਡਮ ਦੀ ਗੱਲ ਕਰ ਰਿਹਾ ਜਿਹੜੇ ਤੁਸੀਂ ਪ੍ਰਤੱਖ ਗਿਆਨ ਤੁਹਾਨੂੰ ਪ੍ਰਾਪਤ ਹੁੰਦਾ ਆ। ਜੀ। ਇੱਕ ਤਾਂ ਹੁੰਦਾ ਕਿ ਅਸੀਂ ਗੱਲਾਂ ਨਾਲ ਸਮਝ ਲਈ ਚੀਜ਼, ਜੀ ਉਹਦੇ ਨਾਲ ਉਹ ਬੁੱਧੀ ਸਮਝਦੀ ਆ ਸਿਰਫ, ਉਹਦੇ ਨਾਲ ਪੂਰਾ ਮਨ ਨਹੀਂ ਸਮਝਦਾ। ਜੀ ਤਾਂ ਫਿਰ ਉਸ ਤੋਂ ਬਾਅਦ ਇੱਕ ਹੁੰਦਾ ਕਿ ਅਸੀਂ ਸੋਚ ਵਿਚਾਰ ਕਰਦੇ ਆ ਬੈਠ ਕੇ ਕਿ ਆਹ ਸਹੀ ਆ, ਗਲਤ ਆ, ਫਿਰ ਅਸੀਂ ਉਹ ਰਾਸਤਾ ਅਪਣਾਉਂਦੇ ਆ। ਉਹ ਚਿੰਤਨਮਈ ਪ੍ਰਗਿਆ ਹੁੰਦੀ ਆ। ਉਹ ਤੁਹਾਨੂੰ ਜਿੱਦਾਂ ਤੁਸੀਂ ਸੋਚ ਵਿਚਾਰ ਕਰਕੇ ਪ੍ਰਾਪਤ ਕੀਤੀ, ਉਹਨੂੰ ਵੀ ਜਿਹੜਾ ਅਨਕੌਂਸ਼ੀਅਸ ਮਾਈਂਡ ਆ ਉਹ ਨਹੀਂ ਸਮਝਦਾ, ਉਹ ਆਪਣੇ ਸੁਭਾਅ ਦਾ ਗੁਲਾਮ ਹੁੰਦਾ, ਉਹ ਚੱਲਦਾ ਆ। ਜੀ ਲੇਕਿਨ ਜਿਹੜਾ ਭਗਵਾਨ ਬੁੱਧ ਜਿਸ ਵਿਜ਼ਡਮ ਦੀ ਗੱਲ ਕਰ ਰਹੇ ਆ ਉਹ ਪ੍ਰਤੱਖ ਗਿਆਨ, ਜਦੋਂ ਅਸੀਂ ਸਾਧਨਾ ਕਰਦੇ ਆ ਤਾਂ ਉਹ ਜਿਹੜਾ ਪ੍ਰਤੱਖ ਗਿਆਨ ਪ੍ਰਾਪਤ ਹੁੰਦਾ ਸਾਨੂੰ, ਜੀ ਜਿਹੜਾ ਕਨੈਕਸ਼ਨ ਅਸੀਂ ਜੋੜਦੇ ਆ ਅਨਕੌਂਸ਼ੀਅਸ ਮਾਈਂਡ ਨੂੰ ਕੌਂਸ਼ੀਅਸ ਦੇ ਨਾਲ ਜੋੜਦੇ ਆ, ਜਿਹੜੀ ਉਸ ਵਕਤ ਗਿਆਨ ਜਿਹੜਾ ਉਤਪੰਨ ਹੁੰਦਾ ਉਹਨੂੰ ਭਗਵਾਨ ਬੁੱਧ ਕਹਿੰਦੇ ਆ ਵਿਜ਼ਡਮ। ਜੀ ਉਹ ਪੰਨਿਆ ਪਾਰਮਤੀ ਅਸੀਂ ਪੂਰੀ ਕਰਦੇ ਆ ਤਾਂ ਉਹਦੀ ਸ਼ੁਰੂਆਤ ਸ਼ੀਲ ਤੋਂ ਹੀ ਹੁੰਦੀ ਆ। ਫਿਰ ਉਹ ਤੋਂ ਬਾਅਦ ਵੀਰਿਆ ਪਾਰਮਤੀ ਆਉਂਦੀ ਆ, ਐਫਰਟ। ਜੀ ਐਫਰਟ ਤਾਂ ਬਹੁਤ ਜ਼ਰੂਰੀ ਆ, ਕਿਉਂਕਿ ਅਸੀਂ ਅਗਰ ਸ਼ੀਲ ਪਾਲਨ ਜਿਹੜਾ ਆ ਉਹ ਕੋਈ ਵੀਰੇ ਹੀ ਪਾਲਨ ਕਰਦਾ ਆ ਪੂਰੀ ਤਰ੍ਹਾਂ। ਜੀ ਅਗਰ ਅਸੀਂ ਧਿਆਨ ਨਾਲ ਦੇਖੀਏ ਕਿ ਜਿੱਦਾਂ ਸਾਡੀ ਲਾਈਫ ਜਿਹੜੀ ਆ ਉਹ ਬਹੁਤ ਮੈਂ ਮੇਰੇ ਨਾਲ ਜੁੜੀ ਹੋਵਾ, ਕੋਈ ਵੀਰ ਹੀ ਹੁੰਦਾ ਜਿਹੜਾ ਸਾਰਿਆਂ ਦੇ ਬਾਰੇ, ਸਾਰੇ ਸਮਾਜ ਨੂੰ ਲੈ ਕੇ ਤੁਰਦਾ ਆ। ਜੀ ਤਾਂ ਭਗਵਾਨ ਬੁੱਧ ਦੀ ਜਿਹੜੀ ਸਿੱਖਿਆ ਹੈ ਉਹ ਸਾਰੇ ਸਮਾਜ ਦੇ ਨਾਲ ਜੁੜਨੇ ਦੀ ਆ। ਜੀ ਤਾਂ ਉਹ ਕੋਈ ਵੀਰ ਹੀ ਹੁੰਦਾ ਆ ਜਿਹੜਾ ਆਪਣੇ ਪਰਿਵਾਰ ਨੂੰ ਵੀ ਦੇਖਦਾ ਆ ਤਾਂ ਸਾਰੇ ਸੰਸਾਰ ਨੂੰ ਵੀ ਨਾਲ ਦੇਖਦਾ ਆ ਆਪਣੇ। ਜੀ ਤਾਂ ਇਹ ਵੀਰੇ ਪਾਰਮਤੀ ਵੀ ਸਾਡੀ ਪੂਰੀ ਹੁੰਦੀ ਹੈ ਇਹਦੇ ਵਿੱਚ। ਫਿਰ ਉਹ ਤੋਂ ਬਾਅਦ ਆਉਂਦੀ ਹੈ ਖੰਤੀ। ਜੀ ਖੰਤੀ ਪਾਰਮਿਤਾ ਬਹੁਤ ਅਵਸ਼ਕ ਹੈ। ਇਹ ਹੈ ਪੇਸ਼ੈਂਸ ਦੀ ਪਾਰਮਿਤਾ। ਜੀ ਜਦੋਂ ਭਗਵਾਨ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਸ਼ੁਰੂ ਕੀਤਾ ਤਦੋਂ ਉਹ ਕਿਆ ਕਹਿੰਦੇ ਆ ਕਿ ਪੇਸ਼ੈਂਸ ਐਂਡ ਇੰਡਿਓਰੈਂਸ ਇਜ਼ ਦ ਕੀ ਟੂ ਕਮ ਆਊਟ ਆਫ ਮਾਈਂਡਸ ਡਿਫਾਈਲਮੈਂਟ। ਜੀ ਉਹ ਜਿਹੜੀ ਹੈ ਪੇਸ਼ੈਂਸ, ਸੰਤੁਸ਼ਟੀ, ਤਾਂ ਜਿਹੜੀ ਸਹਿਨ ਸ਼ਕਤੀ ਹੁੰਦੀ ਹੈ ਇਹ ਤੁਹਾਨੂੰ ਇਹ ਬਹੁਤ ਅਵਸ਼ਕ ਹੈ ਮਨ ਨੂੰ ਸੁਧਾਰਨੇ ਲਈ, ਮਨ ਨੂੰ ਪਵਿੱਤਰ ਕਰਨੇ ਲਈ। ਜੀ ਤਾਂ ਇਹ ਬਹੁਤ ਭਗਵਾਨ ਬੁੱਧ ਨੇ ਇਹਦਾ ਮਹੱਤਵ ਦਿੱਤਾ। ਇਹ ਸਮੇਂ-ਸਮੇਂ ਤੇ ਭਗਵਾਨ ਬੁੱਧ ਪ੍ਰੀਖਿਆ ਵੀ ਲੈਂਦੇ ਹੁੰਦੇ ਸੀ ਭਿੱਖੂਆਂ ਦੀ ਕਿ ਇਹਨਾਂ ਨੇ ਕਿੰਨੀ ਪਾਰਮਿਤਾ ਇਹ ਪਾਰ ਕੀਤੀ ਹੈ, ਕਿਉਂਕਿ ਸਹਿਨ ਸ਼ਕਤੀ ਬਹੁਤ ਥੋੜੀ ਜ਼ਰੂਰੀ ਆ। ਜੀ ਤਾਂ ਇੱਕ ਇਹਦੇ ਵਿੱਚ ਇੱਕ ਘਟਨਾ ਆਉਂਦੀ ਹੈ ਜਿੱਥੇ ਇੱਕ ਬਹੁਤ ਇਹ ਵਿਦਵਾਨ ਇੱਕ ਭਿੱਖੂ ਸੀ। ਜੀ ਉਹ ਬਹੁਤ ਗਹਿਰੀ ਸਾਧਨਾ ਕਰਦੇ ਆ, ਜੀ ਬਹੁਤ ਗਹਿਰੀ ਸਾਧਨਾ ਕਰਦੇ ਆ, ਮਨ ਨੂੰ ਬਿਲਕੁਲ ਪੀਸ ਦੇ ਵਿੱਚ ਲੈ ਕੇ ਆ ਜਾਂਦੇ ਆ। ਜੀ। ਹੁਣ ਮਨ ਸ਼ਾਂਤ ਆ ਤਾਂ ਇੱਕ ਦਿਨ ਸਾਧਨਾ ਕਰਦੇ ਕਰਦੇ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਉਂਦਾ ਆ ਕਿ ਜਿਸ ਪ੍ਰਦੇਸ਼ ਤੋਂ ਮੈਂ ਆਇਆ ਉੱਥੇ ਦੀ ਜਨਤਾ ਨੂੰ ਤਾਂ ਇਸ ਗਿਆਨ ਦੇ ਬਾਰੇ ਚ ਪਤਾ ਹੀ ਨਹੀਂ ਕਿ ਇਸ ਸੰਸਾਰ ਦੇ ਵਿੱਚ ਬੁੱਧ ਆ ਗਏ ਆ, ਤਾਂ ਉਹਨਾਂ ਦਾ ਇੰਨਾ ਮੰਗਲਕਾਰੀ ਧਰਮ ਆ ਗਿਆ ਆ। ਤਾਂ ਉਹਨਾਂ ਦੇ ਦਿਲ ਦੇ ਵਿੱਚ ਇੱਕ ਕਰੁਣਾਮਈ ਵਿਚਾਰ ਆਉਂਦਾ ਕਿ ਮੈਂ ਆਪਣੇ ਪ੍ਰਦੇਸ਼ 'ਚ ਜਾ ਕੇ ਵੀ ਇਹਨੂੰ ਵੰਡਾਂ। ਜੀ ਤਾਂ ਉਹ ਇਹ ਵਿਚਾਰ ਆਉਂਦਾ ਤਾਂ ਫਿਰ ਉਹ ਭਗਵਾਨ ਬੁੱਧ ਕੋਲ ਜਾਂਦੇ ਆ ਭਿੱਖੂ। ਉਹ ਉਹਨਾਂ ਤੋਂ ਆਗਿਆ ਮੰਗਦੇ ਕਿ ਮੈਂ ਆਪਣੇ ਦੇਸ਼ 'ਚ ਜਾ ਕੇ ਵੀ ਇਹਦਾ ਪ੍ਰਚਾਰ ਕਰਨਾ ਚਾਹੁੰਦਾ ਆ। ਜੀ ਤਦੋਂ ਭਗਵਾਨ ਬੁੱਧ ਉਹਨਾਂ ਦੀ ਜਿਹੜੀ ਖੰਤੀ ਪਾਰਮਿਤਾ ਆ ਨਾ ਉਹਦੀ ਪ੍ਰੀਖਿਆ ਲੈਂਦੇ ਆ। ਜੀ ਉਹਨੂੰ ਪੁੱਛਦੇ ਆ ਕਿ ਭਿੱਖੂ ਜਿਹੜੇ ਜਿਸ ਦੇਸ਼ ਤੋਂ ਤੂੰ ਆਇਆ ਆ ਉਸ ਦੇਸ਼ ਦੇ ਲੋਕ ਤਾਂ ਬੜੇ
ਖੁਖਾਰ ਆ ਬਹੁਤ, ਜਿੱਦਾਂ ਅਗਰ ਤੂੰ ਉਹਨਾਂ ਦੇ ਧਰਮ ਦੇ ਖਿਲਾਫ ਦੀ ਗੱਲ ਕਰੂੰਗਾ, ਕਿਉਂਕਿ ਮੇਰਾ ਤਾਂ ਧਰਮ ਜਿਹੜਾ ਆ ਉਹ ਬਿਲਕੁਲ ਅਲੱਗ ਆ, ਜਿਸ ਮਾਨਿਅਤਾ ਨੂੰ ਉਹ ਮੰਨਦੇ ਆ ਜੀ ਤਾਂ ਉਹ ਤੇਰੇ ਨਾਲ ਬਹਿਸ ਕਰੂੰਗੇ, ਜੀ ਤਾਂ ਫਿਰ ਤੂੰ ਕੀ ਕਰੂੰਗਾ? ਜੀ ਉਹ ਪੇਸ਼ੈਂਸ ਦੇਖ ਰਿਹਾ ਉਸ ਭਿੱਖੂ ਦਾ। ਜੀ ਤਾਂ ਉਹ ਕਹਿੰਦਾ ਹੈ ਕਿ ਆਦਰਣੀय ਪਿਤਾ, ਮੈਂ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਕਿੰਨੇ ਭਲੇ ਆ, ਕਿ ਤੁਸੀਂ ਤਾਂ ਸਿਰਫ ਮੇਰੇ ਨਾਲ ਵਾਰਤਾਲਾਪ ਹੀ ਕਰ ਰਹੇ, ਤੁਸੀਂ ਮੈਨੂੰ ਮਾਰ ਪੀਟ ਨਹੀਂ ਰਹੇ, ਤਾਂ ਮੇਰੇ ਲਈ ਉਹ ਵੀ ਬਹੁਤ ਸੰਤੁਸ਼ਟੀ ਉਹਨੇ ਆਪਣੀ ਸਹਿਣਸ਼ੀਲਤਾ ਦਿਖਾਈ ਜੀ। ਤਾਂ ਫਿਰ ਭਗਵਾਨ ਬੁੱਧ ਕਹਿੰਦੇ ਕਿ ਅਗਰ ਉਹਨਾਂ ਨੇ ਤੈਨੂੰ ਮਾਰਨਾ ਪਿੱਟਣਾ ਸ਼ੁਰੂ ਕਰ ਦਿੱਤਾ ਫਿਰ ਕੀ ਕਰੂੰਗਾ ਤੂੰ? ਜੀ। ਤਾਂ ਫਿਰ ਉਹ ਕਹਿੰਦਾ ਫਿਰ ਮੈਂ ਉਹਨਾਂ ਨੂੰ ਕਹੂੰਗਾ ਪਿਤਾ ਕਿ ਮੈਨੂੰ ਤੁਸੀਂ ਕਿੰਨੇ ਦਿਆਲੂ ਆ, ਤੁਸੀਂ ਮੈਨੂੰ ਸਿਰਫ ਮਾਰ ਪੀਟ ਹੀ ਰਹੇ ਆ, ਤੁਸੀਂ ਮੈਨੂੰ ਜਾਨ ਤੋਂ ਨਹੀਂ ਮਾਰ ਰਹੇ, ਹਨਾ? ਤਾਂ ਉਹ ਫਿਰ ਉਹ ਜਵਾਬ ਦਿੰਦਾ। ਫਿਰ ਭਗਵਾਨ ਬੁੱਧ ਕਹਿੰਦੇ ਅੱਛਾ ਫਿਰ ਉਹ ਅਗਰ ਤੈਨੂੰ ਜਾਨ ਤੋਂ ਮਾਰਨੇ ਤੇ ਆ ਗਏ ਫਿਰ ਤੂੰ ਕੀ ਕਰੂੰਗਾ? ਜੀ। ਤਾਂ ਫਿਰ ਉਹ ਕਹਿੰਦਾ ਕਿ ਅਗਰ ਉਹਨਾਂ ਨੇ ਮੈਨੂੰ ਜਾਨ ਤੋਂ ਮਾਰਨੇ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਨਾਂ ਕਹੂੰਗਾ ਕਿ ਜਿਹੜਾ ਆਤਮ ਹੱਤਿਆ ਤੇ ਤੁਸੀਂ ਮੈਨੂੰ ਪਾਪ ਤੋਂ ਬਚਾ ਰਿਹਾ, ਤੁਸੀਂ ਫਿਰ ਵੀ ਬਹੁਤ ਕਰੁਣਾਮਈ ਆ ਜੀ, ਤੁਸੀਂ ਫਿਰ ਵੀ ਬਹੁਤ ਤੁਹਾਡੇ ਵਿੱਚ ਦਇਆ ਆ, ਤਾਂ ਮੈਂ ਤੁਹਾਡਾ ਆਦਰ ਕਰਦਾ ਆ ਕਿ ਤੁਸੀਂ ਮੈਨੂੰ ਜਿਹੜਾ ਆਤਮ ਹੱਤਿਆ ਤੋਂ ਬਚਾ ਰਹੇ ਆ, ਪਾਪ ਤੋਂ। ਤਾਂ ਫਿਰ ਭਗਵਾਨ ਬੁੱਧ ਕਹਿੰਦੇ ਕਿ ਹਾਂ ਹੁਣ ਤੂੰ ਤਿਆਰ ਆ ਇਸ ਧਰਮ ਦਾ ਪ੍ਰਚਾਰ ਕਰਨੇ ਲਈ। ਤਾਂ ਇਸ ਲਈ ਖੰਤੀ ਪਾਰਮਿਤਾ ਜਿਹੜੀ ਆ ਉਹ ਬਹੁਤ ਆਵਸ਼ਕ ਹੈ, ਉਹ ਬਹੁਤ ਇਹ ਪੰਚਸ਼ੀਲ ਦੇ ਵਿੱਚ ਵੀ ਇਹਦਾ ਪੇਸ਼ੈਂਸ ਦਾ ਬਹੁਤ ਮਹੱਤਵ ਆ, ਕਿਉਂਕਿ ਇਹ ਪੇਸ਼ੈਂਸ ਦਾ ਹੀ ਅਸੀਂ ਪਾਲਨ ਕਰਦੇ ਆ। ਫਿਰ ਉਹ ਤੋਂ ਬਾਅਦ ਆਉਂਦੀ ਹੈ ਸੱਚਾ ਪਾਰਮਤੀ, ਉਹ ਤਾਂ ਪੂਰੀ ਇਹਦੇ ਵਿੱਚ ਸਮਾਈ ਹੋਈ ਆ ਸ਼ੀਲਾਂ ਦੇ ਵਿੱਚ, ਕਿਉਂਕਿ ਅਸੀਂ ਜਦੋਂ ਕਹਿੰਦੇ ਅਸੀਂ ਝੂਠ ਨਹੀਂ ਬੋਲਾਂਗੇ, ਸੱਚ ਨੂੰ ਨਾਲ ਰੱਖਾਂਗੇ ਤਾਂ ਉਹ ਸੱਚਾਈ ਦੇ ਮਾਰਗ ਤੇ ਤੁਸੀਂ ਚੱਲਦੇ ਆ, ਤਾਂ ਉਹ ਇੱਕ ਪਾਰਮਤੀ ਪੂਰੀ ਹੁੰਦੀ ਹੈ। ਫਿਰ ਅਧਿਠਾਨ ਦੀ ਪਾਰਮਤੀ ਪੂਰੀ ਹੁੰਦੀ ਹੈ, ਤੁਸੀਂ ਦ੍ਰਿੜ ਨਿਸ਼ਚੇ ਨਾਲ ਪਾਲਨ ਕਰਨਾ ਚਾਹੁੰਦੇ ਆ, ਫਿਰ ਉਹ ਵੀ ਪਾਰਮਿਤਾ ਪੂਰੀ ਹੁੰਦੀ ਆ। ਫਿਰ ਉਸ ਤੋਂ ਬਾਅਦ ਆਉਂਦੀ ਹੈ ਮਿੱਤਾ ਭਾਵਨਾ। ਮਿੱਤਾ ਭਾਵਨਾ ਨਹੀਂ ਹੋਈ ਤਾਂ ਚੀਲ ਪਾਲਨ ਹੋ ਹੀ ਨਹੀਂ ਸਕਦੇ, ਤਾਂ ਇਸ ਲਈ ਮੈਤਰੀ ਕਰੁਣਾ ਦਾ ਵੀ ਵਿੱਚ ਆ ਜਾਂਦਾ ਆ। ਫਿਰ ਉਸ ਤੋਂ ਬਾਅਦ ਆਉਂਦੀ ਹੈ ਉਪੇਖਾ। ਹੁਣ ਜਦੋਂ ਉਪੇਖਾ ਦੀ ਅਸੀਂ ਗੱਲ ਕਰਦੇ ਆ ਤਾਂ ਇਹਨੂੰ ਭਗਵਾਨ ਬੁੱਧ ਨੇ ਬਹੁਤ ਹੀ ਡੀਪ ਤਰੀਕੇ ਨਾਲ ਸਮਝਾਇਆ ਆ ਸਾਨੂੰ। ਉਪੇਖਾ ਦਾ ਮਤਲਬ ਆ ਉਪ ਏਖਾ, ਅੰਦਰ ਦੇਖਣਾ। ਉਹ ਜਿਹੜਾ ਇਨਸਾਨ ਜਿਹੜਾ ਉਪੇਖਾ ਦੀ ਪਾਰਮਿਤਾ ਪਾਲਨ ਕਰਦਾ ਨਾ, ਉਹ ਬਹਿਰਮੁਖੀ ਨਹੀਂ ਹੁੰਦਾ। ਜਦੋਂ ਅਸੀਂ ਸ਼ੀਲ ਪਾਲਨ ਕਰਨਾ ਤਾਂ ਅਸੀਂ ਬਹਿਰਮੁਖੀ ਨਹੀਂ ਹੋਣਾ, ਅਸੀਂ ਆਪਣੇ ਅੰਦਰ ਦੇਖਣਾ। ਅਸੀਂ ਦੇਖਣਾ ਕਿ ਜਿਹੜਾ ਮੈਂ ਕਰਮ ਕਰ ਰਿਹਾ ਕਿ ਉਹਦਾ ਮੇਰੇ ਉੱਤੇ ਕੀ ਅਸਰ ਪੈ ਰਿਹਾ ਹੈ। ਤਾਂ ਜਦੋਂ ਅਸੀਂ ਇਹ ਦੇਖ ਕੇ ਪਾਲਨ ਕਰਦੇ ਆ ਤਾਂ ਉਹ ਸ਼ੀਲ ਜਿਹੜੇ ਆ ਉਹ ਸਹੀ ਤਰੀਕੇ ਨਾਲ ਪਾਲਨ ਹੁੰਦੇ ਆ। ਤਾਂ ਇਸ ਲਈ ਅਸੀਂ ਉਪੇਖਾ ਦੀ ਪਾਰਮਿਤਾ ਵੀ ਪੂਰੀ ਕਰਦੇ ਆ। ਇਹਦੇ ਵਿੱਚ ਭਗਵਾਨ ਬੁੱਧ ਨੇ ਇਹ ਵੀ ਸਮਝਾਇਆ ਆ ਕਿ ਸ਼ੀਲ ਪਾਲਨ ਕੌਣ ਕਰ ਸਕਦਾ ਆ। ਇੱਕ ਵਾਰੀ ਭਗਵਾਨ ਬੁੱਧ ਨੇ ਆਪਣੇ ਪ੍ਰਵਚਨਾਂ 'ਚ ਇਹ ਵੀ ਸਮਝਾਇਆ ਕਿ ਸ਼ੀਲ ਪਾਲਨ ਕੌਣ ਆ, ਕਿਹੜਾ ਵਿਅਕਤੀ ਜਿਹੜਾ ਇਸ ਸੰਸਾਰ ਦੇ ਵਿੱਚ ਆ ਉਹ ਸ਼ੀਲ ਪਾਲਨ ਕਰਨੇ ਦੀ ਤੇ ਯੋਗ ਆ। ਭਗਵਾਨ ਬੁੱਧ ਕਹਿੰਦੇ ਅਗਰ ਤਾਂ ਕੋਈ ਇਨਸਾਨ ਇਹ ਸੋਚ ਕੇ ਸ਼ੀਲ ਪਾਲਨ ਕਰਨਾ ਚਾਹੁੰਦੇ ਆ ਕਿ ਮੈਂ ਉਹਨੂੰ ਦਿੱਤੇ ਆ, ਮੈਂ ਇਹ ਮੇਰੀ ਸਿੱਖਿਆ ਆ, ਉਹ ਸ਼ੀਲ ਪਾਲਨ ਨਹੀਂ ਕਰ ਸਕਦਾ। ਅਗਰ ਤਾਂ ਕੋਈ ਇਨਸਾਨ ਇਹ ਸੋਚ ਕੇ ਪਾਲਨ ਕਰਨਾ ਚਾਹੁੰਦਾ ਆ ਕਿ ਮੇਰੇ ਮਾਤਾ ਪਿਤਾ ਮੈਨੂੰ ਸ਼ੀਲ ਪਾਲਨ ਕਰਨੇ ਨੂੰ ਕਹਿੰਦੇ ਆ, ਉਹ ਵੀ ਇਨਸਾਨ ਇਹ ਸ਼ੀਲ ਪਾਲਨ ਨਹੀਂ ਕਰ ਸਕਦਾ। ਅਗਰ ਕੋਈ ਇਨਸਾਨ ਇਹ ਸੋਚਦਾ ਆ ਕਿ ਇਹ ਸ਼ੀਲ ਪਾਲਨ ਮੇਰੇ ਆਚਾਰਯ ਨੇ ਮੈਨੂੰ ਦਿੱਤੇ ਆ, ਮੈਨੂੰ ਤਾਂ ਪਾਲਨ ਕਰਨੇ ਚਾਹੀਦੇ ਆ, ਉਹ ਵੀ ਇਨਸਾਨ ਜਿਹੜਾ ਉਹ ਸ਼ੀਲ ਪਾਲਨ ਨਹੀਂ ਕਰ ਸਕਦਾ। ਇਸ ਲਈ ਅਗਰ ਉਹ ਇਨਸਾਨ ਇਹ ਸੋਚ ਰਿਹਾ ਹੈ ਕਿ ਮੈਂ ਜਿੱਦਾਂ ਨਰਕ ਤੋਂ ਬਚਣਾ ਚਾਹੁੰਦਾ ਆ, ਨਰਕ ਤੋਂ ਬਚਣੇ ਦੇ ਡਰ ਨਾਲ ਜਿਹੜਾ ਇਨਸਾਨ ਸ਼ੀਲ ਪਾਲਨ ਕਰਨਾ ਚਾਹੁੰਦਾ ਆ, ਉਹ ਵੀ ਸ਼ੀਲ ਪਾਲਨ ਨਹੀਂ ਕਰ ਸਕਦਾ। ਜਿਹੜਾ ਇਨਸਾਨ ਸਵਰਗ 'ਚ ਜਾਣਾ ਚਾਹੁੰਦਾ ਆ, ਜਿਹੜਾ ਸੋਚਦਾ ਕਿ ਅਗਰ ਮੈਂ ਸ਼ੀਲ ਪਾਲਨ ਕਰੂੰਗਾ ਤਾਂ ਮੈਨੂੰ ਸਵਰਗ ਦੀ ਪ੍ਰਾਪਤੀ ਹੋਊਗੀ, ਉਹ ਵੀ ਸ਼ੀਲ ਪਾਲਨ ਨਹੀਂ ਕਰ ਪਾਉਂਦਾ। ਤੇ ਇਸੇ ਤਰ੍ਹਾਂ ਜਿਹੜਾ ਇਨਸਾਨ ਇਹ ਸੋਚਦਾ ਕਿ ਮੇਰਾ ਇਹਦੇ ਨਾਲ ਯਸ਼ बढ़ूंगा, ਸਮਾਜ 'ਚ ਮੇਰਾ ਸਨਮਾਨ बढ़ूंगा, ਉਹ ਵੀ ਇਨਸਾਨ ਇਸ ਸ਼ੀਲ ਪਾਲਨ ਨਹੀਂ ਕਰ ਸਕਦਾ। ਭਗਵਾਨ ਬੁੱਧ ਕਹਿੰਦੇ ਸ਼ੀਲ ਪਾਲਨ ਉਹੀ ਕਰ ਸਕਦਾ ਆ ਜਿਹੜਾ ਅਨਸੈਲਫਿਸ਼ ਹੋ ਗਿਆ, ਜਿਹੜਾ ਆਪਣੇ ਸੈਲਫ ਨੂੰ ਉਹਨੇ ਅਲੱਗ ਕਰ ਦਿੱਤਾ ਕਿ ਮੇਰੇ ਪਿਤਾ ਮੇਰੇ ਮਾਤਾ ਭਗਵਾਨ ਬੁੱਧ ਉਹਨੇ ਸਾਰਿਆਂ ਨੂੰ ਅਲੱਗ ਕਰ ਦਿੱਤਾ। ਹੁਣ ਉਹਦੇ ਲਈ ਕੀ ਮਹੱਤਵ ਆ ਗਿਆ? ਸ਼ੀਲ ਦਾ ਮਹੱਤਵ ਰਹਿ ਗਏ। ਜਦੋਂ ਆ ਸਾਰੇ ਨਿਕਲ ਗਏ ਸ਼ੀਲ ਉੱਪਰ ਆ ਗਏ, ਉਹਨੂੰ ਸਿਰਫ ਸ਼ੀਲ ਦਾ ਮਹੱਤਵ ਨਜ਼ਰ ਆ ਰਿਹਾ ਹੈ। ਜਦੋਂ ਇਹ ਦੇਖਦਾ ਆ ਕਿ ਜਿਹੜਾ ਕੰਮ ਮੈਂ ਕਰਨ ਜਾ ਰਿਹਾ ਆ ਉਹ ਮੇਰੇ ਵੀ ਨੁਕਸਾਨ ਕਰਨੇ ਲਈ ਆ, ਉਹ ਦੂਸਰਿਆਂ ਦਾ ਵੀ ਨੁਕਸਾਨ ਕਰਨੇ ਲਈ ਆ, ਉਹਦੀ ਸਿਰਫ ਇੰਨੀ ਸੋਚ ਆ, ਉਹ ਤੋਂ ਵੱਧ ਕੇ ਸੋਚ ਨਹੀਂ ਆ ਉਹਦੀ ਕਿ ਭਗਵਾਨ ਬੁੱਧ ਨੇ ਦਿੱਤਾ ਜਾਂ ਇਹ ਨਹੀਂ ਦਿੱਤਾ, ਨਹੀਂ, ਉਹਨੂੰ ਉਹਦਾ ਮਹੱਤਵ ਨਜ਼ਰ ਆ ਰਿਹਾ ਸ਼ੀਲ ਦਾ। ਤਾਂ ਉਹੀ ਇਨਸਾਨ ਜਿਹੜਾ ਆ ਉਹ ਸ਼ੀਲ ਪਾਲਨ ਕਰ ਪਾਉਂਦਾ ਆ। ਤਾਂ ਇਹ ਭਗਵਾਨ ਬੁੱਧ ਸਮਝਾਉਂਦੇ ਆ। ਉਹ ਤੋਂ ਬਾਅਦ ਭਗਵਾਨ ਬੁੱਧ ਦੇ ਜਿਹੜੇ ਲਾਭ ਸਾਨੂੰ ਦੱਸਦੇ ਆ, ਉਹ ਕਹਿੰਦੇ ਆ ਸੀਲੰਗ ਸੁਗਤਿਮ ਯੰਤੀ, ਸ਼ੀਲ ਪਾਲਨ ਕਰਨ ਵਾਲਾ ਸੁਖ ਦੀ ਪ੍ਰਾਪਤੀ ਕਰਦਾ ਆ, ਉਹਨੂੰ ਸੁਖਮਈ ਜੀਵਨ ਪ੍ਰਾਪਤ ਹੁੰਦਾ ਆ। ਫਿਰ ਉਹ ਤੋਂ ਬਾਅਦ ਕਹਿੰਦੇ ਸ਼ੀਲੰਗ ਭੋਗ ਸੰਪਦਾ, ਜਿਹੜਾ ਸ਼ੀਲ ਪਾਲਨ ਕਰਦਾ ਆ ਉਹਨੂੰ ਬਹੁਤ ਸੰਪਦਾ ਅਰਜਿਤ ਕਰਦਾ ਆ, ਉਹਦਾ ਯਸ਼ ਵੀ बढ़ਦਾ ਆ, ਉਹਦੀ ਸੰਪਦਾ ਵੀ बढ़ਦੀ ਆ। ਇਸ ਜੀਵਨ 'ਚ ਨਹੀਂ, ਆਉਣੇ ਵਾਲੇ ਜੀਵਨਾਂ 'ਚ ਵੀ ਉਹਦੀ ਜਿਹੜੀ ਯਸ਼ बढ़ਦਾ ਆ, ਭੋਗ ਪਦਾਰਥਾਂ ਦਾ ਉਹਨੂੰ ਲਾਭ ਹੁੰਦਾ। ਫਿਰ ਉਹ ਤੋਂ ਬਾਅਦ ਕਹਿੰਦੇ ਸ਼ੀਲੰਗ ਨਿਬਤਿੰਗ ਜੰਤੀ,
ਜਿਹੜਾ ਸ਼ੀਲ ਆ ਉਹਨੂੰ ਮੁਕਤੀ ਦੇ ਮਾਰਗ ਤੱਕ ਲੈ ਕੇ ਜਾਊਗਾ। ਜੀ ਤਾਂ ਇਸ ਲਈ ਭਗਵਾਨ ਬੁੱਧ ਕਹਿੰਦੇ ਆ ਤਸਮ ਸ਼ੀਲਮ ਵਿਸ਼ੋਧਿਆਏ, ਇਸ ਲਈ ਤੁਸੀਂ ਆਪਣੇ ਸ਼ੀਲਾਂ ਨੂੰ ਬੜੀ ਹੀ ਕੜਾਈ ਦੇ ਨਾਲ, ਪੂਰੀ ਸ਼ੁੱਧੀ ਦੇ ਨਾਲ ਉਹਨਾਂ ਦਾ ਪਾਲਨ ਕਰੋ। ਤਾਂ ਫਿਰ ਅਸੀਂ ਕਹਿੰਦੇ ਆ ਇਮਾਮੀ ਪੰਚ ਸਿੱਖਾ ਪਦਾਨੀ ਸਮਾਧਿਆਨੀ, ਕਿ ਅਸੀਂ ਸ਼ੀਲਾਂ ਦਾ ਪੂਰੀ ਦ੍ਰਿੜਤਾ ਨਾਲ, ਪੂਰੀ ਪਿਓਰਿਟੀ ਦੇ ਨਾਲ ਅਸੀਂ ਪਾਲਨ ਕਰਾਂਗੇ। ਤਾਂ ਇਸ ਲਈ ਸ਼ੀਲ ਦਾ ਜਿਹੜਾ ਬਹੁਤ ਮਹੱਤਵ ਆਉਂਦਾ ਆ ਸਾਡੇ। ਅੰਜਨਾ ਜੀ, ਧਿਆਨ ਸਾਧਨਾ ਵਿੱਚ ਤੁਹਾਡਾ ਬਹੁਤ ਤਜਰਬਾ ਆ। ਧਿਆਨ ਸਾਧਨਾ ਦੇ ਵਿੱਚ ਪੰਚਸ਼ੀਲ ਦੀ ਕੀ ਮਹੱਤਤਾ? ਧਿਆਨ ਸਾਧਨਾ ਦੇ ਵਿੱਚ ਤਾਂ ਪੰਚਸ਼ੀਲ ਦੀ ਬਹੁਤ ਜ਼ਿਆਦਾ ਮਹੱਤਵਤਾ ਆ। ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋਗੇ? ਹਾਂਜੀ, ਹਾਂਜੀ। ਜ਼ਿਆਦਾ ਡਿਟੇਲ ਚ ਨਾ ਜਾਓ ਕਿਉਂਕਿ ਤੁਸੀਂ ਬਹੁਤ ਡੂੰਘਾਈ ਦੇ ਵਿੱਚ ਚਲੇ ਜਾਂਦੇ ਆ। ਸਾਡੇ ਬਾਹਲੇ ਦਰਸ਼ਕ ਹਾਲੇ ਇਸ ਨੂੰ ਸਮਝਦੇ ਨਹੀਂ ਕਿਉਂਕਿ ਪਹਿਲੀ ਸਟੇਜ ਦੇ ਵਿੱਚ ਆ। ਸੋ ਤੁਸੀਂ ਇਹਦੇ ਬਾਰੇ ਜਰਾ ਸਾਡੇ ਦਰਸ਼ਕਾਂ ਨੂੰ ਦੱਸੋਗੇ? ਅਗਰ ਅਸੀਂ ਉੱਪਰੀ ਤੌਰ ਤੇ ਸਮਝਦੇ ਆ ਇਹਨੂੰ, ਤਾਂ ਇੱਕ ਜਿਹੜੀ ਇਹਦੇ ਵਿੱਚ ਬਹੁਤ ਬੜੀ ਜਿਹੜੀ ਚੀਜ਼ ਜੋੜਨਾ ਚਾਹੂੰਗੀ ਉਹ ਇਹ ਆ ਕਿ ਇਸ ਵਕਤ ਜਿਹੜੀ ਆ ਉਹ ਬੁਰਾਈ ਪ੍ਰਬਲ ਆ ਜੀ। ਸ਼ੀਲ ਤੋਂ ਅਗਰ ਜਿਹੜਾ ਇਨਸਾਨ ਸ਼ੀਲ ਨਹੀਂ ਪਾਲਣ ਕਰਦਾ, ਉਹਦੀ ਜਿਹੜੀ ਬੁਰਾਈਆਂ ਆ ਉਹ ਪ੍ਰਬਲ ਆ ਜੀ। ਉਹਦੀ ਸ਼ਕਤੀ ਜਿਹੜੀ ਆ ਉਹ ਬੁਰਾਈਆਂ ਦੀ ਸ਼ਕਤੀ ਜ਼ਿਆਦਾ ਵੱਡੀ ਹੋਆ ਜੀ। ਹੁਣ ਅਗਰ ਤੁਸੀਂ ਉਹਨੂੰ ਡਿਫੀਟ ਕਰਨਾ ਚਾਹੁੰਦੇ ਆ ਤਾਂ ਤੁਹਾਡੇ ਅੰਦਰ ਕੋਈ ਨਾ ਕੋਈ ਅੱਛਾਈ ਹੋਣੀ ਚਾਹੀਦੀ ਆ ਜੀ। ਕਿਉਂਕਿ ਮਨ ਜਿਹੜਾ ਆ ਉਹ ਬੁਰਾਈ ਦੇ ਨਾਲ ਹਜੇ ਜ਼ਿਆਦਾ ਰਹਿਣਾ ਚਾਹੁੰਦਾ ਆ। ਜੀ। ਤਾਂ ਉਹ ਇਸ ਲਈ ਸ਼ੀਲ ਪਾਲਨ ਕਰਦੇ ਆ ਤਾਂ ਉਹਦਾ ਥੋੜਾ ਜਿਹਾ ਬਲ ਜਿਹੜਾ ਅੱਛਾਈ ਦਾ ਬਲ ਵੱਧਦਾ ਆ। ਜੀ। ਉਹ ਜਿਹੜਾ ਡਿਫੀਟ ਕਰਦਾ ਆ ਉਹਦੇ ਨਾਲ, ਬੁਰਾਈਆਂ ਦੇ ਨਾਲ। ਜੀ। ਹੁਣ ਜਦੋਂ ਅਸੀਂ ਧਿਆਨ ਸਾਧਨਾ ਕਰ ਰਹੇ ਹਾਂ, ਅਸੀਂ ਮਾਈਂਡ ਨੂੰ ਕਲੀਅਰ ਕਰ ਰਹੇ ਹਾਂ, ਬੁਰਾਈਆਂ ਨੂੰ ਕੱਢਣੇ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਅਗਰ ਅਸੀਂ ਸ਼ੀਲ ਹੀ ਨਹੀਂ ਪਾਲਨ ਕਰਾਂਗੇ ਤਾਂ ਉਹ ਅਸੀਂ ਡਿਫੀਟ ਨਹੀਂ ਕਰ ਸਕਦੇ ਉਹਨੂੰ, ਕਿਉਂਕਿ ਇਦਾਂ ਹੁੰਦਾ ਹੈ ਕਿ ਜਦੋਂ ਅਸੀਂ ਜਿਹੜਾ ਸਰੀਰ ਆ, ਜਦੋਂ ਅਸੀਂ ਕ੍ਰੋਧ ਆਉਂਦਾ ਆ ਨਾ, ਉਹ ਤੁਹਾਨੂੰ ਓਵਰਪਾਵਰ ਕਰ ਜਾਂਦਾ ਆ। ਤੁਹਾਡੀ ਜਿਹੜੀ ਮਾਈਂਡ ਜਿਹੜਾ ਆ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ਉਸ ਸਮੇਂ। ਜਿਹਦਾ ਕਹਿੰਦੇ ਕਿ ਅਨਕੌਂਸ਼ੀਅਸ ਮਾਈਂਡ ਜਿਹੜਾ ਉਹ ਸਕਰੀय ਹੋ ਜਾਂਦਾ ਆ, ਐਕਟਿਵ ਹੋ ਜਾਂਦਾ ਆ। ਉਹ ਤੁਹਾਡੀ ਬੁੱਧੀ ਨੂੰ ਸੁਣਦਾ ਨਹੀਂ ਕਿਉਂਕਿ ਉਹ ਅਨਕੌਂਸ਼ੀਅਸ ਆ, ਉਹਨੂੰ ਪਤਾ ਨਹੀਂ ਕਿ ਕੀ ਹੋ ਰਿਹਾ ਆ। ਤਾਂ ਇਸ ਲਈ ਅਗਰ ਤੁਸੀਂ ਉਸ ਅਨਕੌਂਸ਼ੀਅਸ ਮਾਈਂਡ ਨੂੰ ਡਿਫੀਟ ਕਰਨਾ ਚਾਹੁੰਦੇ ਆ ਤਾਂ ਤੁਹਾਡਾ ਮਾਈਂਡ ਜਿਹੜਾ ਕੌਂਸ਼ੀਅਸ ਆ ਉਹ ਪੂਰੀ ਤਰ੍ਹਾਂ ਸ਼ੀਲ ਪਾਲਨ ਕਰ ਰਿਹਾ ਹੋਵੇ ਤਾਂ ਕਿ ਉਹਨੂੰ ਸਹੀ ਰਸਤੇ ਤੇ ਲੈ ਕੇ ਆਵੇ। ਅਗਰ ਅਸੀਂ ਇੱਕ ਵੀ ਸ਼ੀਲ ਪਾਲਨ ਨਹੀਂ ਕਰਦੇ ਨਾ ਤਾਂ ਉਸੇ ਵਕਤ ਉਹ ਜਿਹੜਾ ਮਾਈਂਡ ਆ ਨਾ ਉਹ ਚੰਚਲ ਹੋ ਜਾਂਦਾ ਆ। ਉਹ ਕਹਿੰਦਾ ਆ ਕਿ ਅੱਜ ਹੀ ਤਾਂ ਸ਼ੀਲ ਪਾਲਨ ਕੀਤਾ ਹੈ ਨਾ, ਖਤਮ, ਫਿਰ ਉਹ ਗੁੱਸੇ ਦਾ ਸਾਥ ਦੇ ਦਿੰਦਾ ਆ। ਤੇ ਇਸ ਲਈ ਸ਼ੀਲ ਪਾਲਨ ਕਰਨਾ ਬਹੁਤ आवश्यक ਹੈ ਤਾਂ ਕਿ ਸਾਧਨਾ 'ਚ ਸਾਡੀ ਪ੍ਰਗਤੀ ਹੋਵੇ। ਤਾਂ ਇਸ ਲਈ ਸ਼ੀਲ ਦਾ ਬਹੁਤ ਮਹੱਤਵ ਆ। ਸ਼ੀਲ ਤੋਂ ਬਿਨਾਂ ਕੋਈ ਅਗਰ ਸ਼ੀਲ ਤੋਂ ਬਿਨਾਂ ਧਿਆਨ ਸਾਧਨਾ ਕਰ ਰਿਹਾ ਹੈ ਤਾਂ ਉਹ ਸਿਰਫ ਇੱਕ ਤਰ੍ਹਾਂ ਦਾ ਐਕਟ ਹੋ ਗਿਆ, ਉਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ। ਸ਼ੀਲ ਪਾਲਨ ਕਰਕੇ ਹੀ ਇਹਦਾ ਮਤਲਬ ਅੰਜਨਾ ਜੀ ਇਹੋ ਹੀ ਹੋ ਗਿਆ ਜਦੋਂ ਆਪਾਂ ਇੱਕ ਪੜ੍ਹਦੇ ਆ ਕਿ ਸ਼ੀਲ ਸਮਾਧੀ ਪੰਨਿਆ, ਕਿ ਸ਼ੀਲ ਦੇ ਨਾਲ ਫਿਰ ਸਮਾਧੀ ਸ਼ੀਲ ਦੇ ਨਾਲ ਹੀ ਲੱਗਦੀ ਹੈ ਤੇ ਜਦੋਂ ਸਮਾਧੀ ਲਾ ਲਈ ਤਾਂ ਫਿਰ ਪੰਨਿਆ ਕਿ ਉਹ ਪ੍ਰਗਿਆ ਪੈਦਾ ਹੁੰਦੀ ਹੈ। ਹੁਣ ਤੁਸੀਂ ਦੇਖੋ, ਅਗਰ ਅਸੀਂ ਬੁਰਾਈ ਦਾ ਰਾਸਤਾ ਹੀ ਨਹੀਂ ਦੇਖੋ, ਦੋ ਰਾਸਤੇ ਆ ਇਹ ਜੀ। ਅਸੀਂ ਸਹੀ ਰਾਸਤੇ ਦੀ ਤਰਫ ਜਾਣਾ ਚਾਹੁੰਦੇ ਆ। ਅਗਰ ਮੈਂ ਚਾਹੁੰਦੀ ਹਾਂ ਕਿ ਮੇਰਾ ਇੱਕ ਪੈਰ ਬੁਰਾਈ ਦੀ ਤਰਫ ਵੀ ਰਵੇ, ਇੱਕ ਪੈਰ ਤੁਸੀਂ ਅੱਛਾਈ ਦੀ ਤਰਫ ਰੱਖਦੇ, ਤਾਂ ਤੁਸੀਂ ਅੱਗੇ ਕਿੱਦਾਂ ਵਧੋਗੇ? ਤੁਸੀਂ ਉੱਥੇ ਹੀ ਖੜੇ ਰਹੇ ਆ। ਅੱਛਾ, ਪੰਚਸ਼ੀਲ ਤੋਂ ਬਾਅਦ ਪਵਿੱਤਰ ਜੀਵਨ ਜਿਉਣ ਵਾਸਤੇ ਕੋਈ ਹੋਰ ਸ਼ੀਲ ਵੀ ਤਥਾਗਤ ਦੱਸਦੇ ਹਨ? ਹਾਂਜੀ, ਪੰਚਸ਼ੀਲ ਤੋਂ ਬਾਅਦ ਜਿਹੜੇ ਸ਼ੀਲ ਆਉਂਦੇ ਆ ਉਹ ਜਿਹੜੇ ਸ਼ਰਮਣ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਜੀ, ਕਿਉਂਕਿ ਉਸ ਸਮੇਂ ਵੀ ਭਗਵਾਨ ਬੁੱਧ ਨੇ ਦੀਕਸ਼ਾ ਤਾਂ ਦਿੱਤੀ ਗ੍ਰਸਥਾਂ ਨੂੰ, ਲੇਕਿਨ ਉਹਨਾਂ ਦੀ ਸਿੱਖਿਆ ਜਿਹੜੀ ਆ ਉਹ ਗ੍ਰਸਥਾਂ ਲਈ ਵੀ ਜਿੱਦਾਂ ਖੁੱਲੀ ਸੀਗੀ। ਉਹ ਵੀ ਆ ਕੇ ਗਿਆਨ ਪ੍ਰਾਪਤ ਕਰਦੇ ਸੀਗੇ। ਉਹ ਵੀ ਆ ਕੇ ਜਿੱਦਾਂ ਉਹਨਾਂ ਨੂੰ ਵੀ ਅੱਜ ਵੀ ਜਿਹੜੇ ਸ਼ਿਵਰ ਲੱਗਦੇ ਆ, ਵਿਪਾਸਨਾ ਕੇਂਦਰ ਆ, ਉੱਥੇ ਜਾ ਕੇ ਅਸੀਂ ਧਿਆਨ ਸਾਧਨਾ ਸਿੱਖਦੇ ਆ। ਉਸ ਸਮੇਂ ਵੀ ਇਹ ਸੀਗਾ। ਉਸ ਸਮੇਂ 1 ਮਹੀਨੇ ਲਈ ਜਿਹੜਾ ਗ੍ਰਸਥ 1 ਮਹੀਨੇ ਲਈ ਜਾ ਕੇ ਉਹਨਾਂ ਦੇ ਜਿੱਦਾਂ ਜੇਤਵਨ ਸੀਗਾ, ਉੱਥੇ ਉਹਨਾਂ ਲਈ ਰਹਿਣੇ ਦੀ ਜਗ੍ਹਾ ਹੁੰਦੀ ਸੀ, ਉੱਥੇ ਜਾ ਕੇ ਫਿਰ ਉਹ ਧਿਆਨ ਸਾਧਨਾ ਸਿੱਖਦੇ ਸੀ। ਤਾਂ ਇਹ ਉਹਨਾਂ ਲਈ ਉਹਨਾਂ ਨੇ ਪੰਚਸ਼ੀਲ ਹੋਰ ਜਿਹੜੇ ਆ, ਕਿਉਂਕਿ ਇਹ ਪੰਚਸ਼ੀਲ ਇਸ ਲਈ ਉਹਨਾਂ ਨੇ ਜੋੜੇ ਕਿਉਂਕਿ ਉੱਥੇ ਭਿੱਖੂ ਰਹਿੰਦੇ ਆ। ਹੁਣ ਭਿੱਖੂਆਂ ਦੇ ਨਾਲ ਉਹਨਾਂ ਨੂੰ ਤਾਲਮੇਲ ਬਿਠਾਉਣਾ ਪੈਣਾ ਹੈ ਜੀ। ਜਿਹੜੇ ਸ਼ਰਮਣ ਆ ਉਹਨਾਂ ਦੇ ਨਾਲ ਬੈਠ ਕੇ ਸਾਧਨਾ ਸਿੱਖਣੀ ਆ, ਤਾਂ ਉਹਨਾਂ ਨੂੰ ਤਾਲਮੇਲ ਬਿਠਾਉਣਾ ਪੈਣਾ ਉਹਨਾਂ ਦੇ ਨਾਲ, ਤਾਂ ਕਿ ਉਹ ਜਿੱਦਾਂ ਉਹਨਾਂ ਨੂੰ ਵੀ ਡਿਸਟਰਬ ਨਾ ਕਰਨ ਤਾਂ ਭਿੱਖੂ ਉਹਨਾਂ ਤੋਂ ਨਾ ਡਿਸਟਰਬ ਹੋਣ, ਕਿਉਂਕਿ ਉਹ ਸਿਖਾਂਦਰੂ ਆ, ਉਹ ਸਿੱਖਦੇ ਆ, ਹਲੇ ਬੈਲੈਂਸ ਲੈ ਕੇ ਆਉਣਾ ਪੈਂਦਾ ਆ। ਤਾਂ ਇਸ ਲਈ ਇਹਦੇ ਵਿੱਚ ਜਿਹੜਾ ਸਭ ਤੋਂ ਜਿੱਦਾਂ ਪਹਿਲੀ ਜਿਹੜੀ ਚੀਜ਼ ਆਉਂਦੀ ਹੈ, ਭਗਵਾਨ ਬੁੱਧ ਮੌਨ ਨੂੰ ਬਹੁਤ, ਨੋਬਲ ਸਾਇਲੈਂਸ ਨੂੰ ਬਹੁਤ ਮਹੱਤਵ ਦਿੰਦੇ ਸੀ। ਜਿਹੜਾ ਇਹਨਾਂ ਦਾ ਕੜਾ ਨਿਯਮ ਹੁੰਦਾ ਸੀ ਭਗਵਾਨ ਬੁੱਧ ਦਾ ਕਿ ਕੋਈ ਭਿੱਖੂ ਜਿਹੜਾ ਆ ਉਹ ਵਿਅਰਥ ਦੀ ਵਾਰਤਾਲਾਪ ਨਹੀਂ ਕਰ ਸਕਦਾ ਕਿਸੇ ਨਾਲ ਵੀ ਜੀ। ਇਹ ਬਹੁਤ ਕੜਾ ਨਿਯਮ ਭਗਵਾਨ ਬੁੱਧ ਦਾ ਹੁੰਦਾ ਸੀਗਾ ਕਿ ਤੁਸੀਂ ਬੇਕਾਰ ਦੀ ਗੱਲ ਜਾ ਕੇ ਭਿੱਖੂਆਂ ਦੇ ਨਾਲ ਜਿੱਦਾਂ ਉੱਦਾਂ ਹੀ ਗੱਲਾਂ ਕਰਨ ਬੈਠ ਕੇ
ਉਹ ਨਹੀਂ ਕਰ ਸਕਦੇ ਜਬਲੀਆਂ ਮਾਰਨ ਹਾਂ। ਲੱਗੇ। ਤਾਂ ਉਹ ਨਹੀਂ ਕਰ ਸਕਦੇ ਕਿਉਂਕਿ ਹੁਣ ਤੁਸੀਂ ਅੰਤਰਮੁਖੀ ਹੋਣਾ ਆ। ਅਗਰ ਤੁਸੀਂ ਗੱਲਾਂ 'ਚ ਪੈ ਗਏ ਤੁਸੀਂ ਬਹਿਰਮੁਖੀ ਹੋ ਜਾਂਦੇ ਆ। ਤਾਂ ਇਸ ਲਈ ਮੌਨ ਦਾ ਬਹੁਤ ਮਹੱਤਵ ਆ ਭਗਵਾਨ ਬੁੱਧ ਦੇ। ਜਿੱਦਾਂ ਪਹਿਲਾ ਨਿਯਮ ਜਿਹੜਾ ਪਾਲਣ ਕਰਨਾ ਪੈਂਦਾ, ਉੱਥੇ ਜਾ ਕੇ ਉਹ ਮੌਨ ਦਾ ਆ ਜਾਂਦਾ ਆ। ਜੀ ਫਿਰ ਉਹ ਤੋਂ ਬਾਅਦ ਜਿਹੜਾ ਪਾਲਣ ਜਿਹੜਾ ਅਗਲਾ ਸ਼ੀਲ ਜਿਹੜਾ ਦਿੰਦੇ ਆ, ਉਹ ਉਹਨਾਂ ਨੂੰ ਦਿੰਦੇ ਆ ਵਿਕਾਲ ਭੋਜਨ ਵੇ ਰਮਣੀ ਸਿੱਖਾ ਪਦਮ ਸਮਾਧਿਆਮੇ। ਜੀ ਵਿਕਾਲ ਭੋਜਨ ਮਤਲਬ ਕਿ ਮੈਂ ਇੱਕੋ ਵਾਰੀ ਭੋਜਨ ਕਰੂੰਗਾ, ਕਿਉਂਕਿ ਭਿੱਖੂ ਇੱਕ ਵਾਰੀ ਭੋਜਨ ਕਰਦੇ ਸੀ। ਜੀ ਔਰ ਇਹ ਕੋਈ ਸਜ਼ਾ ਨਹੀਂ ਆ ਜੀ। ਕਿ ਤੁਸੀਂ ਤੁਹਾਨੂੰ ਇੱਕੋ ਵਾਰੀ ਭੋਜਨ ਕਰਨਾ ਆ। ਇਹਦੇ ਪਿੱਛੇ ਵੀ ਆਪਣੇ ਇੱਕ ਕਾਰਨ ਆ, ਕਿਉਂਕਿ ਅਗਰ ਅਸੀਂ ਬਹੁਤ ਜ਼ਿਆਦਾ ਖਾ ਲਵਾਂਗੇ ਤਾਂ ਤੁਸੀਂ ਬੈਠ ਨਹੀਂ ਸਕਦੇ, ਧਿਆਨ ਸਾਧਨਾ ਨਹੀਂ ਕਰ ਸਕਦੇ। ਜੀ ਤੁਹਾਡਾ ਪੇਟ ਜਿਹੜਾ ਉਹ ਖਾਲੀ ਹੋਣਾ ਚਾਹੀਦਾ ਆ, ਜੀ। ਉਹ ਐਕਟਿਵ ਹੋਣਾ ਚਾਹੀਦਾ ਆ। ਅਗਰ ਤੁਸੀਂ ਉਹਨੂੰ ਰਿਲੈਕਸ ਕਰ ਦੋਗੇ ਖਾ ਖਾ ਕੇ, ਜੀ। ਜਿੱਦਾਂ ਮਾਈਂਡ ਦੇ ਵਿੱਚ એનર્ਜੀ ਆ ਜਾਂਦੀ ਆ, ਜਿਹੜੀ ਵਾਰਮ ਜਿੱਦਾਂ ਗਰਮਾਹਟ ਲੈ ਕੇ ਆਉਂਦੀ, ਕਿਉਂਕਿ ਮਾਈਂਡ ਜਿਹੜਾ ਬੋਡੀ ਆ ਇਟਸ ਵਰਕਿੰਗ ਟੂ ਡਾਈਜੈਸਟ ਦੈਟ ਫੂਡ। ਉਹ ਗਰਮੀ ਆ, ਉਹ ਤੁਹਾਡੇ ਅੰਦਰ ਆਲਸ ਪੈਦਾ ਕਰਦੀ ਆ। ਤਾਂ ਫਿਰ ਆਲਸ ਦੇ ਨਾਲ ਫਿਰ ਤੁਸੀਂ ਮੈਡੀਟੇਸ਼ਨ ਨਹੀਂ ਕਰ ਸਕਦੇ। ਤਾਂ ਇਸ ਲਈ ਉਹਨਾਂ ਦਾ ਇੱਕ ਨਿਯਮ ਹੁੰਦਾ ਸੀਗਾ ਕਿ ਇੱਕ ਵਾਰੀ ਭੋਜਨ ਕਰੋ। ਲੇਕਿਨ ਇਹਦੇ ਪਿੱਛੇ ਇੱਕ ਹੋਰ ਵੀ ਕਾਰਨ ਉਹਨਾਂ ਨੇ ਦੱਸਿਆ ਆ। ਉਹਨਾਂ ਨੇ ਇੱਕ ਸਮਣ ਸੁਖ ਮਾਲਾ ਸੁੱਤ ਦੇ ਵਿੱਚ ਭਗਵਾਨ ਬੁੱਧ ਦੱਸਦੇ ਆ ਕਿ ਕਿਉਂ ਇੱਕ ਭੋਜਨ ਕਾਹਤੇ ਖਾਣਾ ਚਾਹੀਦਾ। ਫਿਰ ਉੱਥੇ ਦੱਸਦੇ ਆਪਾ ਭੋਗੋ ਹਮਸਮੀ। ਭਗਵਾਨ ਬੁੱਧ ਘੋਸ਼ਣਾ ਕਰਦੇ ਆ ਆਪਣੇ ਭਿੱਖੂਆਂ ਨੂੰ ਕਿ ਭਿੱਖੂ ਮੈਂ ਹਮੇਸ਼ਾ ਨਿਰੋਗੀ ਰਹਿਣਾ ਆ, ਜ਼ਿਆਦਾਤਰ ਮੈਂ ਨਿਰੋਗੀ ਰਹਿਣਾ ਆ। ਜੀ ਉਹ ਕਿਉਂ ਨਿਰੋਗੀ ਰਹਿੰਦੇ ਆ, ਉਹਦਾ ਵੀ ਕਾਰਨ ਉਹ ਦੱਸਦੇ ਆ। ਹੰਕੋ ਭਿੱਖੂਏ ਏਕਾਸਨ ਭੋਜਨ ਭੁੰਜਾਮੀ। ਜੀ ਮੈਂ ਸਿਰਫ ਇੱਕ ਵਾਰੀ ਦਿਨ ਦੇ ਵਿੱਚ ਸਿਰਫ ਇੱਕ ਵਾਰੀ ਭੋਜਨ ਕਰਦਾ ਆ, ਇਸ ਕਰਕੇ ਮੈਂ ਨਿਰੋਗੀ ਰਹਿਣਾ ਆ। ਜੀ ਫਿਰ ਉਹ ਤੋਂ ਬਾਅਦ ਉਹ ਕਹਿੰਦੇ ਅਹੰਕੋ ਭਿੱਖੂਏ ਅਨੰਤਰੇਵ ਰੱਤੀ ਭੋਜਨ ਭੁੰਜਾਮੀ। ਮੈਂ ਰਾਤਰੀ ਦੇ ਵਿੱਚ ਭੋਜਨ ਨਹੀਂ ਕਰਦਾ, ਇਸ ਕਾਰਨ ਮੇਰਾ ਜਿਹੜਾ ਸਰੀਰ ਆ ਉਹ ਨਿਰੋਗੀ ਰਹਿੰਦਾ ਆ। ਜੀ। ਤਾਂ ਇਸ ਲਈ ਨਿਰੋਗ ਜਿਹੜੇ ਆ ਉਹ ਵੀ ਤੁਹਾਡੇ ਰੋਗ ਵੀ ਦੂਰ ਹੁੰਦੇ। ਇਸ ਲਈ ਇੱਕ ਭੋਜਨ ਕਰਨੇ ਦੀ ਭਗਵਾਨ ਬੁੱਧ ਦੀ ਪਹਿਲਾ ਨਿਯਮ ਆਉਂਦਾ ਆ ਜਦੋਂ ਅਸੀਂ ਧਿਆਨ ਸਾਧਨਾ ਸਿੱਖਦੇ ਆ। ਫਿਰ ਉਹ ਤੋਂ ਬਾਅਦ ਜਿਹੜਾ ਸ਼ੀਲ ਆਉਂਦਾ ਆ ਉਹ ਨੱਚ ਗੀਤਾ ਵਾਦਿਤਾ ਵਸੁਖ ਦੇਸਨਾ ਵੇਰਮਣੀ ਸਿੱਖਾ ਪਦੰ ਸਮਾਧਿਆਮੀ। ਜੀ ਕਿਉਂਕਿ ਹੁਣ ਅਸੀਂ ਧਿਆਨ ਸਾਧਨਾ ਕਰ ਰਹੇ ਹਾਂ, ਅਸੀਂ ਮੈਡੀਟੇਸ਼ਨ ਕਰ ਰਹੇ ਹਾਂ, ਅਸੀਂ ਇਨਸਾਈਡ ਅਸੀਂ ਆਪਣਾ ਇੰਟਰਨਲ ਅਸੀਂ ਜਾ ਰਹੇ ਹਾਂ। ਤਾਂ ਸਾਨੂੰ ਜਿਹੜੀਆਂ ਬਾਹਰ ਦੀਆਂ ਚੀਜ਼ਾਂ ਆ ਉਹਨਾਂ ਤੋਂ ਕੱਟੂਗੇ ਤਦੇ ਤਾਂ ਤੁਸੀਂ ਇੰਟਰਨਲ ਹੋਵੋਗੇ। ਕਿਉਂਕਿ ਅਗਰ ਅਸੀਂ ਬਾਹਰ ਦੀਆਂ ਚੀਜ਼ਾਂ ਨੂੰ ਵੀ ਕਾਇਮ ਰੱਖਣਾ ਚਾਹੁੰਦੇ ਆ, ਅੰਦਰ ਵੀ ਦੇਖਣਾ ਚਾਹੁੰਦੇ ਆ, ਤਾਂ ਵਿਚਾਰ ਜਿਹੜੇ ਆ ਉਹ ਬਾਹਰ ਦੇ ਹੀ ਚੱਲਦੇ ਆ ਫਿਰ। ਜੀ ਇਸ ਲਈ ਤੁਸੀਂ ਨੱਚ ਗਾਣਾ ਜਿਹੜਾ ਐਂਟਰਟੇਨਮੈਂਟ ਆ ਉਹਦੇ ਤੋਂ ਵੀ ਅਸੀਂ ਜਿਹੜਾ ਨੱਚ ਗਾਣਾ ਵਾਦਿਤਾ ਮਤਲਬ ਕਿ ਤੁਸੀਂ ਗਾਣਾ ਜਿੱਦਾਂ ਇਹਨਾਂ ਤੋਂ ਬਿਲਕੁਲ ਪਰਹੇਜ਼ ਰੱਖਦੇ ਆ। ਕੋਈ ਵੀ ਤੁਸੀਂ ਐਕਟੀਵਿਟੀ 'ਚ ਤੁਸੀਂ ਨਹੀਂ ਭਾਗ ਮੈਂ ਲੈਣਾ। ਐਡ ਕਰੂੰਗਾ ਕਿ ਜਦੋਂ ਆਪਾਂ ਬੱਸਾਂ ਤੇ ਜਾਂਦੇ ਆ ਆਪਾਂ ਨੂੰ ਪੂਰੀ ਤਰ੍ਹਾਂ ਕੱਟ ਆਫ ਕਰ ਦਿੰਦੇ। ਉਹਦੇ ਨਿਊਜ਼ਪੇਪਰ, ਨੋ ਟੈਲੀ, ਨੋ ਰੇਡੀਓ, ਨਥਿੰਗ। ਜੀ ਤੁਹਾਡੇ ਈਵਨ ਤੁਸੀਂ ਆਪਣਾ ਮੋਬਾਈਲ ਵੀ ਨਹੀਂ ਰੱਖ ਸਕਦੇ ਆਪਣੇ ਨਾਲ ਉੱਥੇ। ਜੀ ਤਾਂ ਇਹ ਵੀ ਇਹਦੇ ਵਿੱਚ ਆਉਂਦਾ ਹੈ। ਫਿਰ ਉਸ ਤੋਂ ਬਾਅਦ ਆ ਮਾਲਾ ਗੰਧ ਵਿਲੇਪਨਾ ਧਾਰਨਾ ਮੰਦਨਾ ਵਿਭੂਸਨਾਥਨਾ ਵੇਰਮਣੀ ਸਿੱਖਾ ਪਦੰ ਸਮਾਧਿਆਮੀ। ਹੁਣ ਤੁਸੀਂ ਆਪਣੀ ਬੋਡੀ ਨੂੰ ਵੀ ਬਿਊਟੀਫਾਈ ਨਹੀਂ ਕਰਨਾ। ਅਗਰ ਬੋਡੀ ਨੂੰ ਬਿਊਟੀਫਾਈ ਕਰ ਰਹੇ ਆ ਤਾਂ ਫਿਰ ਤੁਸੀਂ ਇੰਟਰਨਲ ਥੋੜੇ ਨਾ ਦੇਖ ਰਹੇ ਆ। ਤਾਂ ਇਸ ਲਈ ਤੁਸੀਂ ਜਿਹੜਾ ਅਸੀਂ ਜੁਐਲਰੀ ਪਾਉਂਦੇ ਆ ਜਾਂ ਮੇਕਅਪ ਕਰਦੇ ਆ ਉਹਦੇ ਤੋਂ ਵੀ ਅਸੀਂ ਪਰਹੇਜ਼ ਕਰਨਾ ਆ। ਕਿਉਂਕਿ ਅਸੀਂ ਸਾਡਾ ਸਾਰਾ ਧਿਆਨ ਜਿਹੜਾ ਹੈ ਉਹ ਇੰਟਰਨਲ ਹੋਣਾ ਚਾਹੀਦਾ ਹੈ। ਬਾਹਰ ਸਰੀਰ ਦੀ ਤਰਫ ਜਾਂ ਬਾਹਰ ਕਿਆ ਐਕਟੀਵਿਟੀਜ਼ ਹੋ ਰਹੀਆਂ ਉਹਨਾਂ ਦੀ ਤਰਫ ਨਹੀਂ ਹੁੰਦਾ। ਫਿਰ ਉਹ ਤੋਂ ਬਾਅਦ ਆਉਂਦਾ ਉੱਚ ਸਿਆਣਾ ਮਹਾ ਸਿਆਣਾ ਵੇਰਮਣੀ ਸਿੱਖਾ ਪਦੰ ਸਮਾਧਿਆਮੀ। ਜਿਹੜਾ ਅਸੀਂ ਬਿਸਤਰ ਆ ਉਹ ਵੀ ਤੁਹਾਡਾ ਜਿਹੜਾ ਆ ਉਹ ਲਗਜ਼ਰੀਅਸ ਨਹੀਂ ਹੋਣਾ ਚਾਹੀਦਾ। ਗੱਦੇਦਾਰ ਤੁਸੀਂ ਬਿਸਤਰ ਤੇ ਨਹੀਂ ਸੋਣਾ, ਤੁਸੀਂ ਥੱਲੇ ਸੋਣਾ ਆ। ਉਹਦਾ ਵੀ ਇੱਕ ਕਾਰਨ ਆ, ਇਹ ਵੀ ਕੋਈ ਸਜ਼ਾ ਨਹੀਂ ਆ। ਉਹਦਾ ਕਾਰਨ ਇਹ ਹੈ ਕਿ ਮਾਈਂਡਫੁਲਨੈਸ ਭਗਵਾਨ ਬੁੱਧ ਲੈ ਕੇ ਆਉਣਾ ਚਾਹੁੰਦੇ ਆ। ਅਗਰ ਤੁਸੀਂ ਅੰਜਨਾ ਜੀ ਇੱਥੇ ਸੌਰੀ ਆ, ਮੈਨੂੰ ਤੁਹਾਨੂੰ ਸਟਾਪ ਕਰਨਾ ਪੈ ਰਿਹਾ ਕਿਉਂਕਿ ਮੈਨੂੰ ਪਤਾ ਆ ਕਿ ਤੁਸੀਂ ਬਹੁਤ ਡਿਟੇਲ ਦੇ ਨਾਲ ਇਹਨੂੰ ਸਮਝਾ ਸਕਦੇ ਆ। ਮੇਰੇ ਕੋਲ ਇੰਨੇ ਕੁਐਸਚਨ ਤੁਹਾਡੇ ਲਈ ਬਣਾ ਕੇ ਤਿਆਰ ਕੀਤੇ ਹੋਏ ਸੀ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲੇ ਸੰਡੇ ਅਸੀਂ ਇੱਥੋਂ ਹੀ ਸ਼ੁਰੂ ਕਰਾਂਗੇ ਕਿਉਂਕਿ ਅਸੀਂ ਇਸ ਚਰਚਾ ਨੂੰ ਜਾਰੀ ਰੱਖਣਾ ਸਾਰਾ ਮਹੀਨਾ। ਅਗਲੇ ਸੰਡੇ ਅਸੀਂ ਤੁਹਾਨੂੰ ਫਿਰ ਲੈ ਕੇ ਆਵਾਂਗੇ, ਜਿੱਥੋਂ ਅਸੀਂ ਅੱਜ ਛੱਡਿਆ ਇੱਥੋਂ ਹੀ ਸ਼ੁਰੂ ਕਰਾਂਗੇ। ਸੋ ਮੇਰੀ ਦਰਸ਼ਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅਗਲੇ ਐਤਵਾਰ ਨੂੰ 11 ਵਜੇ ਤੋਂ ਲੈ ਕੇ 12 ਵਜੇ ਤੱਕ ਔਰ ਅਗਲੇ ਬੁੱਧਵਾਰ ਉਸ ਤੋਂ ਅਗਲੇ ਬੁੱਧਵਾਰ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 6 ਵਜੇ ਤੱਕ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਤਥਾਗਤ ਬੁੱਧ ਦੇ ਧੰਮ ਦੇ ਉੱਤੇ ਚਰਚਾ ਜਾਰੀ ਰੱਖਾਂਗੇ। ਹੁਣ ਸਾਡਾ ਵਕਤ ਹੋ ਗਿਆ ਹੈ, ਅਗਲੇ ਸੰਡੇ ਫਿਰ ਮਿਲਾਂਗੇ। ਨਮੋ ਬੁੱਧਾ, ਜੈ ਭੀਮ, ਜੈ ਭਾਰਤ।